ਤੁਹਾਡੇ ਕੋਲ ਕੀ ਆਧਾਰ ਸੀ, ਕੀ ਸਬੂਤ ਸੀ ਕਿ ਤੁਸੀਂ ਕਹਿਤਾ ਕਿ ਜਿਹੜੇ ਵੀ ਪੈਸੇ ਇਕੱਠੇ ਕੀਤੇ ਗਏ ਕੀਤੇ ਘੱਟ ਗਏ ਔਰ ਜਿੰਨੇ ਕੀਤੇ ਗਏ ਉਹ ਵੀ ਗੈਰ ਕਾਨੂੰਨੀ ਢੰਗ ਨਾਲ? ਹਰਜੋਤ ਬੈਂਸ ਜੀ ਜਦੋਂ ਹੁੰਦੇ ਸੀ ਕਹਿੰਦੇ ਸੀ ਮੈਂ ਦੁਨੀਆ ਦੇ ਬੈਸਟ ਕੰਸਲਟੈਂਟ ਇੱਥੇ ਹਾਇਰ ਕਰਕੇ ਦੱਸਾਂਗਾ। ਤੁਹਾਨੂੰ ਪਤਾ ਇਹਨਾਂ ਨੇ ਜਦੋਂ ਕੰਪਨੀਜ਼ ਹਾਇਰ ਕੀਤੀ ਹੈ DSR ਰਿਪੋਰਟ ਬਣਾਉਣ ਵਾਸਤੇ, ਉਹ ਕੰਪਨੀਜ਼ ਕਿਹੜੀਆਂ ਨਿਕਲੀਆਂ ਜਿਨ੍ਹਾਂ ਕੋਲ ਲਾਇਸੈਂਸ ਹੀ ਹੈ ਨਹੀਂ ਸੀ DSR ਬਣਾਉਣ ਲਈ। ਅਰੇ ਕਾਦੀ ਸਰਕਾਰ ਹੈ ਤੁਹਾਡੀ? ਤੁਹਾਨੂੰ ਤਾਂ ਇਹੀ ਨਹੀਂ ਪਤਾ ਕਿ ਕਿਹੜੀ ਕੰਪਨੀ ਨੂੰ ਹਾਇਰ ਕਰਨਾ ਤੇ ਕਿਹਨੂੰ ਨਹੀਂ ਹਾਇਰ ਕਰਨਾ। ਕਿਉਂ ਨਹੀਂ ਜਿਓਲੋਜਿਸਟ ਹਾਇਰ ਕਰਦੇ? ਕਿਉਂ ਨਹੀਂ ਮਾਈਨਿੰਗ ਇੰਜੀਨੀਅਰ ਹਾਇਰ ਕਰਦੇ? ਤੁਸੀਂ ਕੰਟਰੈਕਟਰ ਹੋ, ਮੈਂ ਸਰਕਾਰ ਹਾਂ। ਮੈਂ ਤੁਹਾਡੀ ਪ੍ਰਾਈਵੇਟ ਜ਼ਮੀਨ ਤੇ ਜਾ ਕੇ ਕਿਹਾ ਉੱਥੇ ਮਾਈਨਿੰਗ ਕਰ ਸਕਦੀ ਹਾਂ? ਹਰਜੋਤ ਸਿੰਘ ਬੈਂਸ ਦੇ ਉਸ ਟਾਈਮ ਬਿਆਨ ਸੀਗੇ ਅਕਤੂਬਰ ਦੇ, ਤੁਸੀਂ ਕੱਢ ਕੇ ਦੇਖਿਓ। ਕਹਿੰਦੇ ਅਸੀਂ ਇੱਕ ਦਿਨ ਦਾ 2.5 ਕਰੋੜ ਰੁਪਇਆ ਲੈ ਕੇ ਆ ਰਹੇ ਹਾਂ ਪੰਜਾਬ ਦੇ ਵਿੱਚ। ਇਹ ਵੀ ਕਹੋ ਨਾਲ ਕਿ ਅਸੀਂ ਧੱਕੇ ਨਾਲ ਪ੍ਰਾਈਵੇਟ ਲੋਕਾਂ ਦੀ ਜ਼ਮੀਨਾਂ 'ਚ ਵੜ ਕੇ ਤੇ ਅਸੀਂ ਠੱਗੀਆਂ ਮਾਰ ਕੇ 2.5 ਕਰੋੜ ਰੁਪਇਆ ਇੱਕ ਦਿਨ ਦਾ ਲੈ ਕੇ ਆ ਰਹੇ ਹਾਂ। ਨਾ ਹੀ ਕੋਈ ਇਹਨਾਂ ਕੋਲ ਜਿਓਲੋਜਿਸਟ ਹੈ ਔਰ ਨਾ ਹੀ ਇਹਨਾਂ ਕੋਲ ਕੋਈ ਮਾਈਨਿੰਗ ਇੰਜੀਨੀਅਰ ਹੈ। ਅੱਜ ਜਿੰਨਾ ਵੀ ਮਾਈਨਿੰਗ ਦਾ ਕੰਮ ਹੋ ਰਿਹਾ ਸਾਰਾ ਦਾ ਸਾਰਾ ਸਿਵਲ ਇੰਜੀਨੀਅਰ ਕੰਮ ਕਰ ਰਿਹਾ। ਤੁਸੀਂ ਡਾਟਾ ਕਢਵਾਓ ਇਹਨਾਂ ਦਾ। ਤੁਸੀਂ ਠੱਗੀਆਂ ਮਾਰ ਕੇ ਪਬਲਿਕ ਮਾਈਨ ਸਟਾਰਟ ਵੀ ਕਰ ਲਈ। ਮੈਨੂੰ ਇਹ ਦੱਸੋ ਕਿ 5.5 ਰੁਪਏ ਤੁਸੀਂ ਕਿਸ ਹਿਸਾਬ ਨਾਲ ਚਾਰਜ ਕਰ ਰਹੇ ਹੋ? ਪਾਲਿਸੀ ਤੁਹਾਡੀ ਕੋਈ ਬਣੀ ਨਹੀਂ। ਅੱਜ ਵੀ ਤੁਸੀਂ ਚੰਨੀ ਗਵਰਨਮੈਂਟ ਦੀ ਪਾਲਿਸੀ ਨੂੰ ਅਡਾਪਟ ਕਰਦੇ ਹੋਏ ਚਲਾ ਰਹੇ ਹੋ। ਪਰ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਵੀ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਂਦੇ ਸਵਾਲ ਕੀਤਾ ਮੁੱਖ ਮੰਤਰੀ ਸਾਹਿਬ ਜੋ ਹੱਥ ਕਰਕੇ ਕਹਿੰਦੇ ਮੇਰੇ ਨਾਲ ਆਓ ਹੁਣੇ ਟਰਾਲੀ ਲੈ ਚੱਲਦੇ ਆ 5.5 ਰੁਪਏ ਰੇਤਾ ਮਿਲੂ। ਠੀਕ ਹੈ, ਮੈਂ ਇਸ ਤੋਂ ਕਦੀ ਮਨਾ ਨਹੀਂ ਕਰ ਰਹੀ ਕਿ 5.5 ਰੁਪਏ ਨਹੀਂ ਮਿਲ ਰਿਹਾ, ਦੇ ਰਹੇ ਨੇ, ਪਰ ਉਹ ਵੀ ਠੱਗੀ ਹੈ। ਉਹਦੇ ਵਿੱਚ ਵੀ 2.5 ਰੁਪਇਆ ਦੇਣਾ ਬਣਦਾ ਇਹਨਾਂ ਨੂੰ। 150 ਕਰੋੜ ਰੁਪਏ ਤੋਂ ਵੱਧ ਦਾ ਡਾਟਾ ਦਿਖਾਇਆ ਗਿਆ ਵਿਧਾਨ ਸਭਾ 'ਚ, ਫਿਰ ਪੈਸੇ ਗਏ ਕਿੱਥੇ? ਸਰਕਾਰੀ ਖਜ਼ਾਨੇ 'ਚ ਨਹੀਂ ਗਏ। ਉਹ ਸਾਰੀਆਂ ਠੱਗੀਆਂ ਮਾਰ ਕੇ 153 ਕਰੋੜ ਦਾ ਰੈਵਨਿਊ ਦੱਸਿਆ। ਵੈਸੇ ਤਾਂ 20,000 ਕਰੋੜ ਦਾ ਦਾਅਵਾ ਕਰਦੇ ਸੀ। ਤੁਹਾਡੇ ਤੇ ਵੀ ਪਰਚੇ ਪੈ ਗਏ ਸੀ, ਇਹ ਵੀ ਸੁਣਨ 'ਚ ਆਇਆ ਸੀ। ਉਸ ਤੋਂ ਬਾਅਦ ਤੁਹਾਨੂੰ ਵੀ ਕਈ ਖੱਜਲ ਖੁਆਰੀਆਂ ਹੋਈਆਂ। ਬਹੁਤ ਹੀ ਘਟੀਆ ਹਰਕਤ ਕੀਤੀ ਇਸ ਸਰਕਾਰ ਨੇ। 5.5 ਰੁਪਏ ਦੇ ਰਹੇ ਨੇ ਪਰ ਠੱਗੀਆਂ ਮਾਰ ਕੇ ਦੇ ਰਹੇ ਨੇ। ਉਸ ਚੀਜ਼ ਦਾ ਰੇਟ ਅੱਜ ਤੱਕ ਦੱਸੋ ਕੈਬਨਿਟ 'ਚ ਕੋਈ ਪਾਲਿਸੀ ਅਪਰੂਵ ਹੋਈ? ਕੰਟਰੈਕਟਰਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਗੋਡੇ ਲਵਾ ਦਿੱਤੇ ਕਿ ਹਰਜੋਤ ਸਿੰਘ ਬੈਂਸ ਨੂੰ ਉਹਨਾਂ ਦੇ ਮੰਤਰੀ ਪਦ ਤੋਂ ਵੀ ਉਤਾਰਤਾ ਕਿ ਜਾ ਭਾਈ। ਜਿਹੜੇ ਫੇਰ ਬਦਲ ਕੀਤੇ ਗਏ ਕੈਬਨਿਟ ਵਿੱਚ ਜਾਂ ਸਕੱਤਰ ਦੇ ਇਸੇ ਕਰਕੇ ਹੋਏ ਜਾਂ ਹੋਰ ਕਾਰਨ? ਇਸੇ ਕਰਕੇ ਕਿਉਂਕਿ ਇਹਨਾਂ ਕੋਲ ਸਾਂਭੀ ਨਹੀਂ ਗਈ, ਇਹਨਾਂ ਕੋਲ ਕੰਮ ਹੀ ਨਹੀਂ ਹੋਇਆ। ਔਰ ਮੀਤ ਹੇਰ ਜੀ ਦੱਸਣ ਜਿਹੜੇ ਹੁਣ ਨਵੇਂ ਬਣੇ ਨੇ, ਤੁਸੀਂ ਦੱਸੋ ਕਿੰਨੇ ਇੰਟਰਸਟੇਟ ਆਏ ਦੇ ਸਟਾਕ ਦੇ ਉੱਤੇ ਤੁਸੀਂ ਕਿੰਨਿਆਂ ਦੇ ਪੈਸੇ ਵਾਪਸ ਕੀਤੇ ਨੇ? ਔਰ ਕਿੰਨਿਆਂ ਦੇ ਤੁਸੀਂ ਪਰਚੇ ਦਰਜ ਕੀਤੇ ਨੇ ਜਿਹੜੇ ਓਵਰਲੋਡਡ ਆਏ ਨੇ ਬਾਹਰ ਦੇ ਸਟੇਟਾਂ ਤੋਂ ਕਿ ਮੈਂ ਸਾਰਿਆਂ ਨੂੰ ਟੰਗਾਂਗਾ, ਮੈਂ ਦੇਖਾਂਗਾ। ਤੁਸੀਂ ਦੱਸੋ ਜਦੋਂ ਉਹਨਾਂ ਨੇ ਖਹਿਰਾ ਸਾਹਿਬ ਨੇ ਜਦੋਂ ਕੁਐਸਚਨ ਕੀਤਾ ਸੀ ਕਹਿੰਦੇ ਮੈਂ ਨਹੀਂ ਇਹਦਾ ਜਵਾਬ ਦਿੰਦਾ। ਕਿਉਂ? DSR ਰਿਪੋਰਟਸ ਦੇ ਵਿੱਚ ਇੱਕ ਵੀ ਜਿਓਲੋਜਿਸਟ ਦੇ ਸਾਈਨ ਦੱਸ ਦੇਣ। ਪੰਜਾਬ ਦੇ ਵਿੱਚ ਮਾਫੀਆ ਸ਼ਬਦ ਬਹੁਤ ਪ੍ਰਚਲਿਤ ਰਿਹਾ। ਸਰਕਾਰ ਕਿਸੇ ਵੀ ਪਾਰਟੀ ਦੀ ਹੋਵੇ, ਇਲਜ਼ਾਮ ਲੱਗਦੇ ਰਹੇ ਨੇ ਕਿ ਗੈਰ ਕਾਨੂੰਨੀ ਢੰਗ ਦੇ ਨਾਲ ਕਿਵੇਂ ਪੈਸੇ ਕਮਾਏ ਜਾਂਦੇ ਨੇ, ਆਪਣੀਆਂ ਜੇਬਾਂ ਭਰੀਆਂ ਜਾਂਦੀਆਂ ਨੇ, ਪੰਜਾਬ ਦੇ ਖਜ਼ਾਨੇ ਦਾ ਖਿਆਲ ਨਹੀਂ ਰੱਖਿਆ ਜਾਂਦਾ। ਇਸੇ ਤਰ੍ਹਾਂ ਦੀ ਇਲਜ਼ਾਮ ਹੁਣ ਆਮ ਆਦਮੀ ਪਾਰਟੀ ਤੇ ਸਰਕਾਰ ਤੇ ਵੀ ਲੱਗੇ ਨੇ ਕਿਉਂਕਿ ਮਾਈਨਿੰਗ ਨੂੰ ਲੈ ਕੇ ਕਾਫੀ ਗੱਲਾਂ ਦੇ ਦਾਅਵੇ ਕੀਤੇ ਗਏ। ਜ਼ਮੀਨੀ ਪੱਧਰ ਤੇ ਕੀ ਚੱਲ ਰਿਹਾ ਹੈ ਤੇ ਕਾਂਗਰਸ ਦੇ ਬੁਲਾਰੇ ਟੀਨਾ ਚੌਧਰੀ ਜਿਨ੍ਹਾਂ ਨੇ ਆਪਣੀ ਇੱਕ ਵੀਡੀਓ ਵੀ ਜਾਰੀ ਕੀਤੀ ਜਦੋਂ ਬਜਟ ਦੇ ਸੈਸ਼ਨ ਦੇ ਵਿੱਚ ਇਹ ਦੱਸਿਆ ਗਿਆ ਕਿ 153-54 ਕਰੋੜ ਰੁਪਈਆ 9-8 ਮਹੀਨਿਆਂ ਦੇ ਵਿੱਚ ਇਕੱਠਾ ਕੀਤਾ ਗਿਆ। ਪਰ ਦਾਅਵਾ ਕੀ ਕੀਤਾ ਗਿਆ ਸੀ? ਉਹਨਾਂ ਨੇ ਕਿਉਂ ਕਿਹਾ ਕਿ ਇਹ ਜਿਹੜੇ ਪੈਸੇ ਨੇ ਇਹ ਵੀ ਗੈਰ ਕਾਨੂੰਨੀ ਢੰਗ ਦੇ ਨਾਲ ਇਕੱਠੇ ਕੀਤੇ ਗਏ ਨੇ? ਇਹ ਸਾਰੀਆਂ ਗੱਲਾਂ ਜਾਣਾਂਗੇ। ਮੇਰੇ ਨਾਲ ਕਾਂਗਰਸ ਦੇ ਬੁਲਾਰੇ ਨੇ ਟੀਨਾ ਚੌਧਰੀ। ਸਭ ਤੋਂ ਪਹਿਲਾਂ ਤੁਹਾਡੇ ਤੋਂ ਇਹੀ ਜਾਣਨਾ ਚਾਹੁੰਦੇ ਹਾਂ ਕਿ ਜਿਹੜੀ ਗੱਲ ਤੁਸੀਂ ਵੀਡੀਓ ਜਾਰੀ ਕਰਕੇ ਕਹਿ ਦਿੱਤੀ, ਅੱਜ ਕੱਲ੍ਹ ਸੌਖਾ ਬਹੁਤ ਹੈ ਵੀਡੀਓ ਤੇ ਕੁਝ ਵੀ ਕਹਿਣਾ, ਤੁਹਾਡੇ ਕੋਲ ਕੀ ਆਧਾਰ ਸੀ, ਕੀ ਸਬੂਤ ਸੀ ਕਿ ਤੁਸੀਂ ਕਹਿ ਦਿੱਤਾ ਕਿ ਜਿਹੜੇ ਵੀ ਪੈਸੇ ਇਕੱਠੇ ਕੀਤੇ ਗਏ ਉਹ ਕੀਤੇ ਘੱਟ ਗਏ ਔਰ ਜਿੰਨੇ ਕੀਤੇ ਗਏ ਉਹ ਵੀ ਗੈਰ ਕਾਨੂੰਨੀ ਢੰਗ ਨਾਲ? ਦੇਖੋ ਜਿੱਦਾਂ ਸਾਰਿਆਂ ਨੂੰ ਪਤਾ ਹੋਏਗਾ ਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਸ਼ੁਰੂ ਤੋਂ ਲੈ ਕੇ ਹੁਣ ਤੱਕ ਇਹ ਜਿੰਨੀ ਵਾਰੀ ਵੀ ਪਾਲਿਸੀ ਬਣਾਉਣ ਦੀ ਕੋਸ਼ਿਸ਼ ਕੀਤੀ, ਪਹਿਲੇ ਇਹਨਾਂ ਨੇ ਪਾਲਿਸੀ ਬਣਾਈ ਫਿਰ ਆਪਣੀ ਹੀ ਪਾਲਿਸੀ ਬਣਾ ਕੇ ਵਿਡਰਾ ਕਰ ਲਈ ਗਈ। ਜਿੱਥੇ ਪ੍ਰਾਈਵੇਟ ਕੰਟਰੈਕਟਰਸ ਨੇ ਇਹਨਾਂ ਦੀ ਪਾਲਿਸੀ ਨੂੰ ਅਸੈਪਟ ਕਰਨ ਲਈ ਮਨਾ ਕਰ ਦਿੱਤਾ ਸੀ, ਜਿੱਥੇ ਪੰਜਾਬ ਦੇ ਵਿੱਚ ਖੱਡਾਂ ਨਹੀਂ ਪ੍ਰੋਪਰ ਢੰਗ ਨਾਲ ਚੱਲ ਸਕੀਆਂ। ਅਸੀਂ ਸਾਰੇ ਜਾਣਦੇ ਹਾਂ ਜਦੋਂ ਮਾਈਨਿੰਗ ਦੀ ਮੈਂ ਰੇਡ ਕੀਤੀ ਸੀ ਉਸ ਤੋਂ ਬਾਅਦ ਸਾਡੇ ਪਠਾਨਕੋਟ ਡਿਸਟ੍ਰਿਕਟ ਦੇ ਏਰੀਆ ਦੇ ਲਾਗੇ BSF ਦਾ ਏਰੀਆ ਵੀ ਸੀਗਾ, ਜਿਹਦੇ ਕਰਕੇ BSF ਥੋੜ੍ਹਾ ਸਤਰਕ ਹੋ ਗਿਆ। ਉਹਦੇ ਕਰਕੇ ਫਿਰ ਉਹਨਾਂ ਨੇ ਵੀ ਪਟੀਸ਼ਨਸ ਲਗਾਈਆਂ ਜਿੱਤੋਂ ਮਾਨਯੋਗ ਹਾਈ ਕੋਰਟ ਨੇ ਸਟੇ ਲਗਾ ਦਿੱਤਾ, ਮਾਈਨਿੰਗ ਹੀ ਬੰਦ ਕਰ ਦਿੱਤੀ। ਫਿਰ ਦੇਖਿਆ ਕਿ ਜਾ ਸਕਦਾ ਸੀਗਾ ਕਿ ਜਦੋਂ ਪੰਜਾਬ ਸਰਕਾਰ ਨੇ ਨਵੀਂ ਪਾਲਿਸੀ ਲਿਆਂਦੀ ਉਹਦੇ ਵਿੱਚ ਇਸ ਤਰ੍ਹਾਂ ਦੇ ਅਨਨੈਸੈਸਰਲੀ ਲੋਕਾਂ ਨੂੰ ਹਰਾਸ ਕਰਨ ਦੀ ਕੋਸ਼ਿਸ਼ ਕੀਤੀ। ਜੈਸੇ ਕਿ ਇੱਕ ਕੰਡੇ ਦੀ ਗੱਲ ਕਰੀਏ, ਵੇ ਬ੍ਰਿਜ ਦੀ ਗੱਲ ਕਰੀਏ, ਵੇ ਬ੍ਰਿਜ ਜਿਹੜਾ ਮੈਂਡੇਟਰੀ ਕਰ ਦਿੱਤਾ ਗਿਆ। ਫਿਰ ਉਸ ਤੋਂ ਬਾਅਦ ਲੱਖ ਰੁਪਏ ਦੀ ਨਵੀਂ ਰਜਿਸਟ੍ਰੇਸ਼ਨ ਫੀਸ ਕਰ ਦਿੱਤੀ ਗਈ। ਇਨਵਾਇਰਮੈਂਟਲ ਐਕਸੈਸ ਵਾਸਤੇ ਹੋਰ ਨਵੇਂ ਬੜੇ ਤਰ੍ਹਾਂ ਦੇ ਚਾਰਜਿਸ ਲਗਾ ਦਿੱਤੇ ਗਏ, ਜਿੱਥੇ ਇੱਕ ਆਮ ਜਿਹੜਾ ਕ੍ਰੈਸ਼ਰ ਓਨਰ ਹੈਗਾ ਉਹ ਨਹੀਂ ਇੰਨਾ
ਖਰਚਾ ਚੱਲ ਸਕਦਾ ਸੀਗਾ, ਜਿਹਦੇ ਕਰਕੇ ਸਾਡੇ ਪੰਜਾਬ ਦੇ ਵਿੱਚ ਮਾਈਨਿੰਗ ਜਿਹੜਾ ਸੀਗਾ, ਰੇਤਾ ਸੋਨੇ ਨਾਲੋਂ ਜ਼ਿਆਦਾ ਮਹਿੰਗਾ ਦੇਖਣ ਨੂੰ ਮਿਲਿਆ। ਔਰ ਬਾਰ-ਬਾਰ ਇਹੀ ਕਹਿੰਦੇ ਰਹੇ ਕਿ ਅਸੀਂ ਕਾਂਗਰਸ ਦੀ ਦਿੱਤੀਆਂ ਦੇਣ ਤੇ ਨਹੀਂ ਚੱਲਣਾ ਚਾਹੁੰਦੇ, ਜੋ ਕਾਂਗਰਸ ਨੇ ਕੀਤਾ ਉਹ ਬਹੁਤ ਮਾੜਾ ਕੀਤਾ, ਮਾਫੀਆ ਚਲਾਇਆ। ਬਟ ਅੱਜ ਕੀ ਹੋ ਰਿਹਾ? ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਉਹੀ ਕਾਂਗਰਸ ਦੀ ਦਿੱਤੀ ਦੇਣ ਦੀ ਪਾਲਿਸੀ, ਚੰਨੀ ਗਵਰਨਮੈਂਟ ਦੀ ਪਾਲਿਸੀ ਨੂੰ ਅਡਾਪਟ ਕਰਕੇ ਉਸੇ ਉੱਪਰ ਕੰਟਰੈਕਟਸ ਰੀਨਿਊ ਕਰਕੇ ਅੱਜ ਪੰਜਾਬ ਦੇ ਵਿੱਚ ਮਾਈਨਿੰਗ ਚਲਾਉਣ ਵਿੱਚ ਸਫਲ ਹੋਈ ਹੈ। ਪਰ ਉਹ ਕਹਿੰਦੇ 30 ਤੋਂ ਬਾਅਦ ਸਰਕਾਰੀ ਮਾਈਨਿੰਗ ਨੂੰ ਪਬਲਿਕ ਮਾਈਨਿੰਗ ਦਾ ਨਾਮ ਦਿੰਦੇ ਆ ਮੁੱਖ ਮੰਤਰੀ ਸਾਹਿਬ, ਤੇ ਜਦੋਂ ਪਹਿਲਾਂ ਹਰਜੋਤ ਬੈਂਸ ਸੀਗੇ ਤੇ ਹੁਣ ਮੀਤ ਹੇਰ ਕੋਲ ਭਾਵੇਂ ਮਸਲਾ ਮਹਿਕਮਾ ਆ ਗਿਆ। ਉਹ ਕਹਿੰਦੇ ਸਰਕਾਰੀ ਮਾਈਨਾਂ ਚਲਾਉਣ ਵਾਲਾ ਕੰਮ ਆ ਜਿਹੜਾ ਇੱਕੋ ਇੱਕ ਪਾਰਟੀ ਜਿਹੜਾ 70 ਸਾਲਾਂ 'ਚ ਨਹੀਂ ਹੋਇਆ, ਅਸੀਂ ਕਰਕੇ ਵਿਖਾਇਆ। ਮੈਂ ਦੱਸਦੀ ਹਾਂ ਤੁਹਾਨੂੰ, ਪਬਲਿਕ ਮਾਈਨ ਚਲਾਉਣ ਵਾਸਤੇ ਮੈਂ ਤੁਹਾਡੇ ਚੈਨਲ ਦੇ ਰਾਹੀਂ ਇਸ ਪੰਜਾਬ ਸਰਕਾਰ ਨੂੰ ਚੈਲੰਜ ਕਰਦੀ ਹਾਂ, ਕਿਆ ਮਾਨਯੋਗ ਹਾਈ ਕੋਰਟ ਨੇ ਇਹ ਪਬਲਿਕ ਮਾਈਨਸ ਦੀ ਪਰਮਿਸ਼ਨ ਦਿੱਤੀ? ਕਿਆ ਇਸ ਪਬਲਿਕ ਮਾਈਨਸ ਦੇ ਉੱਪਰ ਕਿਆ ਇਹਨਾਂ ਕੋਲ ਇਨਵਾਇਰਨਮੈਂਟਲ ਕਲੀਅਰੈਂਸ ਹੈਗੀ ਹੈ? ਔਰ ਜਿੰਨੀਆਂ ਵੀ ਇਹਨਾਂ ਨੇ DSR ਰਿਪੋਰਟਸ ਬਣਾਈਆਂ, ਉਸ DSR ਰਿਪੋਰਟਸ ਦੇ ਉੱਤੇ ਇੱਕ ਵੀ ਜ਼ਿਓਲੋਜਿਸਟ ਦੇ ਸਾਈਨ ਹੈਗੇ? ਸਾਡੀ ਕਾਂਗਰਸ ਪਾਰਟੀ ਨੇ ਪ੍ਰਾਈਵੇਟ ਕੰਟਰੈਕਟਰਸ ਨੂੰ ਕਿਉਂ ਇਨਵੋਲਵ ਕੀਤਾ ਸੀਗਾ? ਦਿਸ ਇਜ਼ ਵਨ ਆਫ ਦਾ ਰੀਜ਼ਨ। ਕਿਉਂ ਕੀਤਾ ਸੀਗਾ? ਕਿਉਂਕਿ ਅਸੀਂ ਜਦੋਂ ਚੰਨੀ ਗਵਰਨਮੈਂਟ ਨੇ ਲੀਗਲ ਓਪੀਨੀਅਨ ਮੰਗਿਆ ਸੀਗਾ, ਸੈਂਟਰ ਗਵਰਨਮੈਂਟ ਦੀ ਇੱਕ ਪ੍ਰੋਪਰ ਢੰਗ ਨਾਲ ਉਹਨਾਂ ਨੇ ਪੇਪਰ ਸਾਨੂੰ ਦਿੱਤਾ ਕਿ ਪ੍ਰੋਪਰ ਪਬਲਿਕ ਮਾਈਨਸ ਨੂੰ ਚਲਾਉਣ ਲਈ ਜਾਂ ਮਾਈਨਸ ਆਪਰੇਸ਼ਨ ਨੂੰ ਚਲਾਉਣ ਵਾਸਤੇ ਮਾਈਨਿੰਗ ਇੰਜੀਨੀਅਰਸ, ਜ਼ਿਓਲੋਜਿਸਟ ਔਰ ਸਟੇਟ ਜ਼ਿਓਲੋਜਿਸਟ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਅੱਜ ਨਾ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਕੋਲ ਸਟੇਟ ਜ਼ਿਓਲੋਜਿਸਟ ਹੈ, ਨਾ ਹੀ ਕੋਈ ਇਹਨਾਂ ਕੋਲ ਜ਼ਿਓਲੋਜਿਸਟ ਹੈ, ਔਰ ਨਾ ਹੀ ਇਹਨਾਂ ਕੋਲ ਕੋਈ ਮਾਈਨਿੰਗ ਇੰਜੀਨੀਅਰ ਹੈ। ਅੱਜ ਜਿੰਨਾ ਵੀ ਮਾਈਨਿੰਗ ਦਾ ਕੰਮ ਹੋ ਰਿਹਾ, ਸਾਰਾ ਦਾ ਸਾਰਾ ਸਿਵਲ ਇੰਜੀਨੀਅਰ ਕੰਮ ਕਰ ਰਿਹਾ। ਤੁਸੀਂ ਡਾਟਾ ਕਢਵਾਓ ਇਹਨਾਂ ਦਾ, ਪੁੱਛੋ ਇਹਨਾਂ ਨੂੰ ਕੌਣ ਨੇ, ਕੌਣ ਸੰਭਾਲ ਰਿਹਾ? ਸਿਵਲ ਇੰਜੀਨੀਅਰ, ਪਬਲਿਕ ਸਿਵਿਲੀਅਨਸ ਕੰਮ ਕਰਨ ਵਾਲੇ, ਜਿਹੜੇ ਪੁਲ ਬਣਾਉਣ ਵਾਲੇ ਕੰਮ ਕਰਦੇ ਨੇ, ਅੱਜ ਉਹਨਾਂ ਲੋਕਾਂ ਨੂੰ ਅੱਜ ਮਾਈਨਿੰਗ ਦਾ ਕੰਮ ਦੇ ਦਿੱਤਾ। ਦੱਸੋ ਕਿੱਦਾਂ ਮਾਈਨਿੰਗ ਚੱਲੇਗੀ? ਇਹ ਪਬਲਿਕ ਮਾਈਨਸ ਇਹਨਾਂ ਨੇ ਚਲਾਈ, ਇਹਨਾਂ ਕੋਲ ਨਾ ਤਾਂ ਮਾਨਯੋਗ ਹਾਈ ਕੋਰਟ ਵੱਲੋਂ ਇਹਨਾਂ ਨੂੰ ਕੋਈ ਪਰਮਿਸ਼ਨ ਹੈਗੀ। ਪੁੱਛੋ ਇਹਨਾਂ ਨੂੰ ਕਿ ਕੋਈ ਇੱਕ ਐਸਾ ਡਾਕੂਮੈਂਟ ਦਿਖਾ ਦਿਓ ਜਿੱਥੇ ਪਬਲਿਕ ਮਾਈਨਸ ਦੀ ਇਹਨਾਂ ਨੂੰ ਪਰਮਿਸ਼ਨ ਹੋਏ। ਔਰ ਜਿੱਥੇ ਗੱਲ ਕਰਦੇ ਨੇ 5.5 ਰੁਪਏ ਰੇਤਾ ਦੀ, ਮੰਨ ਲੈਂਦੇ ਆ ਕਿ ਤੁਸੀਂ ਠੱਗੀਆਂ ਮਾਰ ਕੇ ਪਬਲਿਕ ਮਾਈਨ ਸਟਾਰਟ ਵੀ ਕਰ ਲਈ। ਮੈਨੂੰ ਇਹ ਦੱਸੋ ਕਿ 5.5 ਰੁਪਏ ਤੁਸੀਂ ਕਿਸ ਹਿਸਾਬ ਨਾਲ ਚਾਰਜ ਕਰ ਰਹੇ ਹੋ? ਪਾਲਿਸੀ ਤੁਹਾਡੀ ਕੋਈ ਬਣੀ ਨਹੀਂ। ਅੱਜ ਵੀ ਤੁਸੀਂ ਚੰਨੀ ਗਵਰਨਮੈਂਟ ਦੀ ਪਾਲਿਸੀ ਨੂੰ ਅਡਾਪਟ ਕਰਦੇ ਹੋਏ ਚਲਾ ਰਹੇ ਹੋ। ਉਹੀ ਜੋ ਰੇਟਸ ਜਿਹੜਾ 5.5 ਰੁਪਏ ਅਸੀਂ ਚਲਾਇਆ ਸੀਗਾ, ਉਸੇ ਰੇਟ ਨੂੰ ਤੁਸੀਂ ਅੱਜ ਪੰਜਾਬ ਦੇ ਵਿੱਚ ਪਬਲਿਕ ਮਾਈਨ ਦੇ ਉੱਤੇ ਰੱਖੀ ਹੈ। ਔਰ ਸਭ ਤੋਂ ਵੱਡੀ ਗੱਲ, ਉਹਦੇ ਉੱਤੇ ਸੈਗਮੈਂਟਸ ਹੁੰਦੇ ਨੇ। ਸਭ ਤੋਂ ਵੱਡਾ ਸੈਗਮੈਂਟ ਹੁੰਦਾ ਹੈ ਲੈਂਡ ਓਨਰ ਕੰਪਨਸੇਸ਼ਨ ਹੁੰਦਾ ਹੈ, ਉਸ ਤੋਂ ਬਾਅਦ ਵੇ ਬ੍ਰਿਜ ਦੇ ਚਾਰजेस ਹੁੰਦੇ, IT ਟੈਕਨੋਲੋਜੀਜ਼ ਦੇ ਚਾਰजेस ਹੁੰਦੇ ਹੈ, EMF, DMF, ਠੀਕ ਹੈ। ਇਹ ਸਾਰੀ ਚੀਜ਼ਾਂ ਤੋਂ ਬਾਅਦ ਆਉਂਦੀ ਹੈ ਰਾਇਲਟੀ। ਇਹ ਜਦੋਂ ਇਹੀ ਪਾਲਿਸੀ ਨੂੰ ਅਗਰ ਇਹ ਫੋਲੋ ਕਰਨਗੇ, ਇਹ 5.5 ਰੁਪਏ ਦੇ ਹਿਸਾਬ ਨਾਲ ਕਿਸ ਤਰ੍ਹਾਂ ਲੋਕਾਂ ਕੋਲੋਂ ਲੈ ਰਹੇ ਹੈ? ਤੁਸੀਂ ਆਪਣੀ ਪੂਰੀ ਟੀਮ ਕਿਸੇ ਵੀ ਪਬਲਿਕ ਮਾਈਨ ਤੇ ਲੈ ਜਾਓ, ਪਾਲਿਸੀ 'ਚ ਲਿਖਿਆ ਕੰਡੇ ਦੇ ਪ੍ਰਾਈਸ ਲੈਣੇ ਆ, ਕੰਡੇ ਦੇ ਕੁਝ 10 ਪੈਸੇ ਕੁਝ ਇਸ ਤਰ੍ਹਾਂ ਹੈਗੇ ਆ। ਕਿਆ ਉੱਥੇ ਇੱਕ ਵੀ ਪਬਲਿਕ ਮਾਈਨ ਦੀ ਸਾਈਡ ਦੇ ਉੱਤੇ ਵੇ ਬ੍ਰਿਜ ਇੰਸਟਾਲ ਹੈਗਾ? ਪੁੱਛੋ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ। ਉੱਥੇ ਜਿੰਨੇ ਵੀ ਐਕਸਕੇਵੇਸ਼ਨ ਹੋ ਰਹੀ ਹੈ, ਕੋਈ ਕਹਿ ਰਹੇ ਨੇ ਕਿ ਇੱਥੇ ਕੋਈ ਵੀ ਐਕਸਕੇਵੇਸ਼ਨ ਕਰਨ ਵਾਸਤੇ ਇੱਥੇ JCB ਮਸ਼ੀਨ ਨਹੀਂ ਆਏਗੀ। ਤੁਸੀਂ ਪਾਲਿਸੀ ਦੇ ਵਿੱਚ ਵੀ ਐਕਸਕੇਵੇਸ਼ਨ ਦੇ ਚਾਰजेस ਲੈ ਰਹੇ ਹੋ, ਇੱਕ ਪਾਸੋਂ ਦੂਸਰੇ ਪਾਸੋਂ ਲੇਬਰ ਤੋਂ ਵੀ ਚਾਰजेस ਲੈ ਰਹੇ ਹੋ। ਡਬਲ ਪੈ ਰਹੀ ਕਿ ਨਹੀਂ ਪੈ ਰਹੀ? ਇੱਕ ਤੁਸੀਂ ਸਰਕਾਰ ਨੂੰ ਐਕਸਕੇਵੇਸ਼ਨ ਚਾਰजेस ਦਿਓ ਜਿਸ ਪਾਲਿਸੀ 'ਚ ਤੁਸੀਂ ਲਿਖਿਆ 5.5 ਰੁਪਏ, ਇੱਕ ਤੁਸੀਂ ਲੇਬਰ ਉੱਥੇ ਹਾਇਰ ਕਰਵਾ ਕੇ ਦੁੱਗਣੀ, ਜਿਹੜੀ ਇੱਕ ਦੁਬਾਰਾ ਤੋਂ ਲੇਬਰ ਤੋਂ ਉੱਥੇ 4-4 5-5 ਜਿਹਨੂੰ 500 ਰੁਪਏ ਦਿਹਾੜੀ ਦੇ ਰਿਹਾ, ਇੱਕ ਇੰਡੀਵਿਜੂਅਲ ਜਿਹੜਾ ਉੱਥੇ ਰੇਤਾ ਖਰੀਦਣ ਆ ਰਿਹਾ, ਤੁਸੀਂ ਉਹਨਾਂ ਤੋਂ ਵੀ ਇੱਕ ਠੱਗੀ ਮਰਵਾ ਰਹੇ ਹੋ। ਜ਼ਮੀਨੀ ਹਕੀਕਤ ਦੱਸ ਰਹੇ ਹੋ ਕਿ ਢਾਂਚਾ ਕੀ ਹੈ, ਕੰਮ ਕਿਵੇਂ ਕਰ ਰਹੀ ਹੈ ਸਰਕਾਰ। ਪਰ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਵੀ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਂਦੇ ਸਵਾਲ ਕੀਤਾ ਮੁੱਖ ਮੰਤਰੀ ਸਾਹਿਬ ਨੂੰ। ਤੁਸੀਂ ਵੀ ਲਾਈਵ ਸੈਸ਼ਨ ਦੇਖਿਆ ਹੋਣਾ, ਉਸ ਦੇ ਵਿੱਚ ਉਹ ਹੱਥ ਕਰਕੇ ਕਹਿੰਦੇ ਮੇਰੇ ਨਾਲ ਆਓ, ਹੁਣੇ ਟਰਾਲੀ ਲੈ ਚੱਲਦੇ ਆ, 5.5 ਰੁਪਏ ਰੇਤਾ ਮਿਲੂ। ਠੀਕ ਹੈ, ਮੈਂ ਇਸ ਤੋਂ ਕਦੀ ਮਨਾ ਨਹੀਂ ਕਰ ਰਹੀ ਕਿ 5.5 ਰੁਪਏ ਨਹੀਂ ਮਿਲ ਰਿਹਾ, ਦੇ ਰਹੇ ਨੇ, ਪਰ ਉਹ ਵੀ ਠੱਗੀ ਹੈ। ਉਹਦੇ ਵਿੱਚ ਵੀ 2.5 ਰੁਪਏ ਦੇਣਾ ਬਣਦਾ ਇਹਨਾਂ ਨੂੰ। ਕਿਸ ਹਿਸਾਬ ਨਾਲ 5.5 ਰੁਪਏ ਲੈ ਰਹੇ ਨੇ? ਤੁਸੀਂ ਇਹ ਦੱਸੋ 5.5 ਰੁਪਏ ਦੇ ਵਿੱਚ ਵੇ ਬ੍ਰਿਜਸ ਦੇ ਵੀ ਚਾਰजेस ਹੈਗੇ ਨੇ? ਕਿਆ ਉੱਥੇ ਵੇ ਬ੍ਰਿਜਸ ਹੈਗੇ ਨੇ? ਲੈਂਡ ਓਨਰ ਕੰਪਨਸੇਸ਼ਨ ਚਾਰਜ ਲੈ ਰਹੇ ਨੇ ਤੁਹਾਡੇ ਕੋਲੋਂ। ਕਿਆ ਉੱਥੇ ਲੈਂਡ ਓਨਰ ਨੂੰ ਜਿਸ ਜਗ੍ਹਾ ਤੇ ਪਬਲਿਕ ਮਾਈਨ ਕਰ ਰਹੀ ਹੈ, ਹਰ ਸ਼ਾਮ ਉਹਨਾਂ ਦੇ ਖਾਤੇ 'ਚ ਪੈਸਾ ਜਾ ਰਿਹਾ? ਹੁਣ ਉੱਥੇ ਦੱਸੋ ਕਿਆ ਉੱਥੇ ਕੰਡਾ ਲੱਗਿਆ ਨਹੀਂ, ਕੋਈ ਉੱਥੇ ਇਲੈਕਟ੍ਰੋਨਿਕ ਸਲਿੱਪ ਨਹੀਂ ਮਿਲੇ? ਸਭ ਤੋਂ ਵੱਡਾ ਵਾਇਲੇਸ਼ਨ ਉਸ ਪਬਲਿਕ ਮਾਈਨ ਦੇ ਉੱਤੇ ਹੈਂਡ ਮੈਨੂਅਲ ਸਲਿੱਪਸ ਦਿੱਤੀਆਂ ਜਾ ਰਹੀਆਂ। ਸਭ ਤੋਂ ਵੱਡੀ ਗੱਲ, ਇਲੈਕਟ੍ਰੋਨਿਕ ਸਲਿੱਪ ਦੇਣੀ ਬਣਦੀ ਹੈ ਅਕੋਰਡਿੰਗ ਟੂ ਦੀ ਪਾਲਿਸੀ। ਇੱਕ ਵੀ ਦੱਸੋ, ਇੱਕ ਵੀ ਕੰਜ਼ਿਊਮਰ ਜਿਨ੍ਹਾਂ ਨੇ ਬਾਈ ਕੀਤੀ ਹੈ, ਇੱਕ ਵੀ ਕੰਜ਼ਿਊਮਰ ਕੋਲੋਂ ਦੱਸੋ ਇਲੈਕਟ੍ਰੋਨਿਕ ਸਲਿੱਪ ਉੱਥੇ ਨਿਕਲੀ ਹੋਏ, ਤੇ ਕਿਉਂ ਲੈ ਰਹੇ ਨੇ ਫਿਰ? EMF 150 ਕਰੋੜ ਰੁਪਏ ਤੋਂ ਵੱਧ ਦਾ ਡਾਟਾ ਦਿਖਾਇਆ ਗਿਆ ਵਿਧਾਨ ਸਭਾ 'ਚ, ਫਿਰ ਪੈਸੇ ਗਏ ਕਿੱਥੇ? ਸਰਕਾਰੀ ਖਜ਼ਾਨੇ 'ਚ ਨਹੀਂ ਗਏ। ਦੱਸਦੀ ਹਾਂ ਨਾ ਮੈਂ ਤੁਹਾਨੂੰ, ਉਹ ਸਾਰੀਆਂ ਠੱਗੀਆਂ ਮਾਰ ਕੇ 153 ਕਰੋੜ ਦਾ ਰੈਵਨਿਊ ਦੱਸਿਆ। ਵੈਸੇ ਤਾਂ 20,000 ਕਰੋੜ ਦਾ ਦਾਅਵਾ ਕਰਦੇ ਸੀ, ਕਹਿੰਦੇ ਸੀ ਮੈਂ ਦੁਨੀਆ ਦੇ, ਹਰਜੋਤ ਬੈਂਸ ਜੀ ਜਦੋਂ ਹੁੰਦੇ ਸੀ ਕਹਿੰਦੇ ਸੀ ਮੈਂ ਦੁਨੀਆ ਦੇ
ਬੈਸਟ ਕੰਸਲਟੈਂਟ ਇੱਥੇ ਹਾਇਰ ਕਰਕੇ ਦੱਸਾਂਗਾ। ਤੁਹਾਨੂੰ ਪਤਾ ਇਹਨਾਂ ਨੇ ਜਦੋਂ ਕੰਪਨੀਜ਼ ਹਾਇਰ ਕੀਤੀ ਹੈ DSR ਰਿਪੋਰਟ ਬਣਾਉਣ ਵਾਸਤੇ, ਉਹ ਕੰਪਨੀਜ਼ ਕਿਹੜੀਆਂ ਨਿਕਲੀਆਂ ਜਿਨ੍ਹਾਂ ਕੋਲ ਲਾਇਸੈਂਸ ਹੀ ਹੈ ਨਹੀਂ ਸੀ DSR ਬਣਾਉਣ ਲਈ, ਔਰ ਉਹ ਕੰਪਨੀ ਨੂੰ ਫਿਰ ਇਹਨਾਂ ਨੇ ਸ਼ੋ ਕਾਜ਼ ਨੋਟਿਸ ਕੱਢੇ ਕਿ ਇੱਥੇ ਆ ਕੇ ਐਕਸਪਲੇਨੇਸ਼ਨ ਦਿਓ, ਨਹੀਂ ਤਾਂ ਤੁਹਾਨੂੰ ਟਰਮੀਨੇਟ ਕੀਤਾ ਜਾਏਗਾ। ਅਰੇ ਕਾਦੀ ਸਰਕਾਰ ਹੈ ਤੁਹਾਡੀ? ਤੁਹਾਨੂੰ ਤਾਂ ਇਹੀ ਨਹੀਂ ਪਤਾ ਕਿ ਕਿਹੜੀ ਕੰਪਨੀ ਨੂੰ ਹਾਇਰ ਕਰਨਾ ਤੇ ਕਿਹਨੂੰ ਨਹੀਂ ਹਾਇਰ ਕਰਨਾ? ਕਿਉਂ ਇਹ ਮਜਬੂਰ ਹੋ ਰਹੇ ਨੇ ਕਿ ਕਿਉਂ ਨਹੀਂ ਜਿਓਲੋਜਿਸਟ ਹਾਇਰ ਕਰਦੇ, ਕਿਉਂ ਨਹੀਂ ਮਾਈਨਿੰਗ ਇੰਜੀਨੀਅਰ ਹਾਇਰ ਕਰਦੇ, ਕਿਉਂ ਨਹੀਂ ਸਟੇਟ ਜਿਓਲੋਜਿਸਟ ਹਾਇਰ ਕਰਦੇ? ਸਾਡੇ ਟਾਈਮ ਤੇ ਸੀਗੇ, ਜਦੋਂ ਕਾਂਗਰਸ ਪਾਰਟੀ ਦੇ ਸੀਗੇ, ਜਦੋਂ ਦੀ ਇਹਨਾਂ ਦੀ ਸਰਕਾਰ ਬਣੀ ਹੈ ਉਦੋਂ ਉਹ ਰਿਟਾਇਰ ਹੋ ਗਏ ਨੇ ਸੁਸ਼ਮਿੰਦਰ ਡਿੰਗਰਾ ਜੀ, ਹੁਣ ਕਰਨ ਦੁਬਾਰਾ ਤੋਂ। ਹੁਣ ਸਭ ਤੋਂ ਵੱਡੀ ਗੱਲ ਜਿਹੜਾ ਤੁਸੀਂ ਸਵਾਲ ਕਰ ਰਹੇ ਹੋ 153 ਕਰੋੜ ਆਇਆ ਕਿਸ ਤਰ੍ਹਾਂ, ਹੁਣ ਦੱਸੋ। ਇਹਨਾਂ ਕੋਲ ਲੀਗਲ ਸੋਰਸ ਕੋਈ ਨਹੀਂ ਸੀਗਾ। 153 ਕਰੋੜ ਦੀ ਗੱਲ ਕਰੀਏ ਅਸੀਂ, ਅਗਰ ਪੂਰੇ ਸਾਲ ਦੀ ਗੱਲ ਕਰੀਏ, ਅਪ੍ਰੈਲ ਤੋਂ ਲੈ ਕੇ ਜੂਨ ਤੱਕ ਇਹਨਾਂ ਨੇ ਮਾਈਨਿੰਗ ਕੀਤੀ 9 ਰੁਪਏ ਪ੍ਰਤੀ ਕਿਊਬਿਕ ਫਿਟ, ਇਹ ਤੁਸੀਂ ਵੀ ਜਾਣਦੇ ਹੋ ਉਸ ਟਾਈਮ ਤੇ ਰੇਟ ਇਹ ਸੀਗਾ। ਫਿਰ ਉਸ ਤੋਂ ਬਾਅਦ ਮੌਨਸੂਨ ਸਟਾਰਟ ਹੋ ਗਿਆ ਜਿਹਦੇ ਵਿੱਚ ਮਾਈਨਿੰਗ ਟੋਟਲੀ ਬੰਦ ਹੋ ਜਾਂਦੀ ਹੈ। ਉਸ ਤੋਂ ਬਾਅਦ ਇਹਨਾਂ ਨੇ ਕੁਝ ਡੀਸਿਲਟਿੰਗ ਦਾ ਵੀ ਕੰਮ ਕੀਤਾ ਹੋਏਗਾ। ਫਿਰ ਅਕਤੂਬਰ ਤੋਂ ਲੈ ਕੇ ਇਹਨਾਂ ਨੇ ਦਸੰਬਰ ਤੱਕ ਮਾਈਨਿੰਗ ਕੀਤੀ। ਕਿੱਦਾਂ ਕੀਤੀ? ਤੁਸੀਂ ਇਹ ਕਦੀ ਪੁੱਛਿਆ ਇਹਨਾਂ ਨੂੰ? ਇਹਨਾਂ ਨੇ ਪ੍ਰਾਈਵੇਟ ਕੰਟਰੈਕਟਰਾਂ ਦੀਆਂ ਖੱਡਾਂ 'ਚ ਜਾ ਕੇ ਧੱਕੇ ਨਾਲ ਉਹਨਾਂ ਦੀ ਜਗ੍ਹਾ 'ਚ ਜਾ ਕੇ ਐਕਸਕੇਵੇਸ਼ਨ ਕੀਤੀ। ਤੁਸੀਂ ਕੰਟਰੈਕਟਰ ਹੋ, ਮੈਂ ਸਰਕਾਰ ਆ, ਮੈਂ ਤੁਹਾਡੀ ਪ੍ਰਾਈਵੇਟ ਜ਼ਮੀਨ ਤੇ ਜਾ ਕੇ ਕਿਹਾ ਉੱਥੇ ਮਾਈਨਿੰਗ ਕਰ ਸਕਦੀ ਹਾਂ? ਤੁਸੀਂ ਦੱਸੋ, ਤੁਸੀਂ ਮੈਨੂੰ ਕੀ ਹੱਕ ਹੈ ਕਿ ਮੈਂ ਤੁਹਾਡੀ ਉੱਥੇ ਜਾ ਕੇ ਐਕਸਕੇਵੇਟ ਕਰਕੇ ਤੇ ਮਾਈਨਿੰਗ ਸ਼ੁਰੂ ਕਰਦਾ? ਹਰਜੋਤ ਸਿੰਘ ਬੈਂਸ ਦੇ ਉਸ ਟਾਈਮ ਬਿਆਨ ਸੀਗੇ ਅਕਤੂਬਰ ਦੇ, ਤੁਸੀਂ ਕੱਢ ਕੇ ਦੇਖਿਓ, ਕਹਿੰਦੇ ਅਸੀਂ ਇੱਕ ਦਿਨ ਦਾ 2.5 ਕਰੋੜ ਰੁਪਇਆ ਲੈ ਕੇ ਆ ਰਹੇ ਹਾਂ ਪੰਜਾਬ ਦੇ ਵਿੱਚ। ਉਹ ਕਿੱਥੋਂ ਲੈ ਕੇ ਆ ਰਹੇ ਹੋ? ਇਹ ਵੀ ਕਹੋ ਨਾਲ ਕਿ ਅਸੀਂ ਧੱਕੇ ਨਾਲ ਪ੍ਰਾਈਵੇਟ ਲੋਕਾਂ ਦੀ ਜ਼ਮੀਨਾਂ 'ਚ ਵੜ ਕੇ ਤੇ ਅਸੀਂ ਠੱਗੀਆਂ ਮਾਰ ਕੇ 2.5 ਕਰੋੜ ਰੁਪਇਆ ਇੱਕ ਦਿਨ ਦਾ ਲੈ ਕੇ ਆ ਰਹੇ ਹਾਂ। ਔਰ ਇਹ ਵੀ ਦੱਸੋ, ਔਰ ਉਹ ਜਿਹੜਾ ਅਕਤੂਬਰ ਤੋਂ ਲੈ ਕੇ ਦਸੰਬਰ ਤੱਕ ਦਾ ਜਿਹੜਾ ਪੈਸਾ ਸੀਗਾ 9 ਰੁਪਏ ਪ੍ਰਤੀ ਕਿਊਬਿਕ ਫਿਟ ਚਾਰਜ ਕੀਤਾ। ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਕਿ ਪਟੀਸ਼ਨ ਲੱਗ ਗਈ। ਇਹਨਾਂ ਨੇ ਕਿਹਾ ਕਿ ਮਾਨਯੋਗ ਹਾਈ ਕੋਰਟ ਨੂੰ ਕਿ ਜਿੰਨੇ ਵੀ ਕੰਟਰੈਕਟਰ ਹੈਗੇ ਇਹਨਾਂ ਦੇ ਕੰਟਰੈਕਟ ਰੱਦ ਕਰ ਦਿੱਤੇ ਜਾਣ। ਕੰਮ ਅਸੀਂ ਕਰਾਂਗੇ ਜੀ, ਸਰਕਾਰ ਆਮ ਆਦਮੀ ਪਾਰਟੀ ਦੀ ਕਰੇਗੀ। ਫਿਰ ਉਸ ਤੋਂ ਬਾਅਦ ਮਾਨਯੋਗ ਹਾਈ ਕੋਰਟ ਨੇ ਇਹਨਾਂ ਨੂੰ ਫਟਕਾਰ ਲਗਾਈ, ਸਟੇ ਆਰਡਰ ਦਿੱਤਾ ਔਰ 50,000 ਦੀ ਪੈਨਲਟੀ ਲਗਾਈ ਇਹਨਾਂ ਨੂੰ। ਕਦੀ ਦੇਖਿਆ ਸਰਕਾਰਾਂ ਨੂੰ ਇੰਨੀਆਂ ਤਗੜੀਆਂ ਹਾਈ ਕੋਰਟ ਤੋਂ ਪੈਨਲਟੀਆਂ ਲੱਗਦੀਆਂ ਹੋਈਆਂ? ਫਿਰ ਉਸ ਤੋਂ ਬਾਅਦ ਕੀ ਕੀਤਾ ਇਹਨਾਂ ਨੇ? 15 ਜਨਵਰੀ ਤੱਕ ਦਾ ਇਹਨਾਂ ਨੇ ਰਿਕਾਰਡ ਦੱਸਿਆ। ਮੈਨੂੰ ਦੱਸੋ, ਅਗਰ ਅਸੀਂ ਚਲੋ ਮੈਜੋਰਿਟੀ ਦੀ ਗੱਲ ਕਰ ਲੈਂਦੇ ਹਾਂ, ਪੂਰੇ ਸਾਲ ਦੇ ਵਿੱਚ ਇਹਨਾਂ ਨੇ 9 ਰੁਪਏ ਪ੍ਰਤੀ ਕਿਊਬਿਕ ਫਿਟ ਦਿੱਤਾ। ਪਬਲਿਕ ਮਾਈਨ ਤੇ ਇਹਨਾਂ ਨੇ 15 ਜਨਵਰੀ ਤੋਂ 2023 ਤੋਂ ਬਾਅਦ ਹੀ ਸ਼ੁਰੂ ਕੀਤੀਆਂ। ਉਸ ਤੋਂ ਪਹਿਲਾਂ ਦੀ ਗੱਲ ਕਰੀਏ ਤੇ 9 ਰੁਪਏ ਪ੍ਰਤੀ ਕਿਊਬਿਕ ਫਿਟ ਦੇ ਹਿਸਾਬ ਨਾਲ ਇਹਨਾਂ ਨੇ ਪੈਸਾ ਦਿੱਤਾ। ਸੋ 9 ਰੁਪਏ ਨੂੰ ਅਗਰ ਅਸੀਂ ਰਾਇਲਟੀ ਕੈਲਕੂਲੇਟ ਕਰੀਏ, ਪਾਲਿਸੀ 'ਚ ਰਾਇਲਟੀ ਲਿਖੀ ਹੁੰਦੀ ਹੈ। ਪੰਜਾਬ ਸਰਕਾਰ ਦੀ ਮਾਈਨਿੰਗ ਪਾਲਿਸੀ ਦੇ ਵਿੱਚ ਜਿੰਨਾ ਰੈਵਨਿਊ ਆਉਂਦਾ ਉਹਨੂੰ ਰਾਇਲਟੀ ਦੇ ਨਾਲ ਕੈਲਕੂਲੇਟ ਕੀਤਾ ਜਾਂਦਾ ਪੰਜਾਬ ਸਰਕਾਰ ਕੋਲੋਂ। ਹੁਣ ਰਾਇਲਟੀ ਨੂੰ ਜੇ 153 ਕਰੋੜ ਇਹਨਾਂ ਦਾ ਰੈਵਨਿਊ ਆਇਆ, ਸੋ ਦੈਟ ਮੀਨਸ 2 ਰੁਪਇਆ 40 ਪੈਸੇ ਜੇ ਰਾਇਲਟੀ ਲਈ ਪੂਰੇ ਸਾਲ ਦੇ ਵਿੱਚ, ਤੇ ਉਹਨੂੰ ਅਸੀਂ ਕੈਲਕੂਲੇਟ ਕਰੀਏ 60 ਰੁਪਏ ਪ੍ਰਤੀ ਟਨ ਦਾ ਜਿਹੜਾ ਰੇਟ ਨਿਕਲਦਾ, ਤੇ 153 ਕਰੋੜ ਨੂੰ ਤੁਸੀਂ 60 ਨਾਲ ਅਗਰ ਡਿਵਾਈਡ ਕਰਦੇ ਹੋ, ਤਕਰੀਬਨ 2.5 ਕਰੋੜ ਮੈਟ੍ਰਿਕ ਟਨ ਦਾ ਜਿਹੜਾ ਸਟਾਕ ਹੈ ਇਹ ਪੰਜਾਬ ਸਰਕਾਰ ਨੂੰ ਸ਼ੋਅ ਕਰਨਾ ਪਏਗਾ। ਤੇ ਦੱਸੋ ਤੁਸੀਂ ਕਿ ਇੰਨਾ ਸਟਾਕ ਤੇ ਸਾਡੀ ਕਾਂਗਰਸ ਦੀ ਟਾਈਮ ਤੇ 1 ਸਾਲ 'ਚ ਉਦੋਂ ਨਹੀਂ ਆਇਆ ਜਦੋਂ ਸਾਰੇ ਪੰਜਾਬ ਦੇ ਬਲਾਕ ਚੱਲਦੇ ਸੀਗੇ, ਔਰ ਇਸ ਟਾਈਮ ਤੇ ਬਲਾਕ ਵੀ ਸਾਰੇ ਟਰਮੀਨੇਟ ਹੋ ਚੁੱਕੇ ਸੀ। ਉਸ ਟਾਈਮ ਪ੍ਰਾਈਵੇਟ ਕੰਟਰੈਕਟ ਹਰ ਬਲਾਕ ਚੱਲਦਾ ਸੀ, ਚਾਹੇ ਰੋਪੜ ਹੈ, ਹੁਸ਼ਿਆਰਪੁਰ ਹੈ, ਲੁਧਿਆਣਾ ਹੈ, ਪਠਾਨਕੋਟ ਹੈ, ਹਰ ਬਲਾਕ ਪ੍ਰੋਪਰ ਢੰਗ ਨਾਲ ਚੱਲ ਰਿਹਾ ਸੀ। ਹੁਣ ਤੇ ਨਾ ਇਹਨਾਂ ਦੀ EC ਸੀਗੀਆਂ ਇਹਨਾਂ ਕੋਲ, ਸਾਰੀਆਂ ਇਨਵਾਇਰਨਮੈਂਟਲ ਕਲੀਅਰੈਂਸ ਇਹਨਾਂ ਦੀਆਂ ਟਰਮੀਨੇਟ ਹੋ ਚੁੱਕੀਆਂ ਸੀ। ਬਲਾਕ ਸਿਰਫ 3 ਹੀ ਚੱਲੇ ਪੂਰੇ ਸਾਲ 'ਚ, ਲੁਧਿਆਣਾ, ਰੋਪੜ ਔਰ ਪਠਾਨਕੋਟ। ਮੈਨੂੰ ਦੱਸੋ ਇਹਨਾਂ ਕੋਲ ਲੀਗਲ ਸੋਰਸ ਕਿੱਥੇ ਸੀ? ਸਾਰੇ ਤੇ ਪ੍ਰਾਈਵੇਟ ਕੰਟਰੈਕਟਰ ਦੇ ਸੀਗੇ। ਗੱਲਾਂ ਤੁਸੀਂ ਤਕਨੀਕੀ ਤੌਰ ਤੇ ਵੀ ਦੱਸੀਆਂ ਕਿ ਕਿਵੇਂ ਰੈਵਨਿਊ ਇਕੱਠਾ ਕੀਤਾ, ਕਿਵੇਂ ਸ਼ੋਅ ਕੀਤਾ ਗਿਆ, ਸਾਰਾ ਟੇਢੇ ਢੰਗ ਨਾਲ ਹੋਇਆ। ਫਿਰ ਸਰਕਾਰ ਦਾ ਜਿਹੜਾ ਇਹ ਦਾਵਾ ਕਿ ਜਦੋਂ ਮਰਜ਼ੀ ਚੱਲੋ ਸਾਡੇ ਨਾਲ, ਅਸੀਂ ਤੁਹਾਨੂੰ ਰੇਤਾ ਵੀ ਪ੍ਰੋਵਾਈਡ ਕਰਾਵਾਂਗੇ, ਔਰ ਜਿਹੜਾ ਪਹਿਲੀਆਂ ਨੇ ਕੀਤਾ ਉਹ ਅਸੀਂ ਨਹੀਂ ਕਰ ਰਹੇ ਬਿਲਕੁਲ। ਫਿਰ ਉਸ ਦਾਅਵੇ ਨੂੰ ਲੈ ਕੇ ਵਿਧਾਨ ਸਭਾ 'ਚ ਬਹੁਤ ਕਿਹਾ ਜਾਂਦਾ, ਚੀਕ ਕੇ ਉੱਚੀ ਆਵਾਜ਼ 'ਚ ਕਿਹਾ। ਸਭ ਤੋਂ ਵੱਡੀ ਗੱਲ ਇਹ ਹੈ, ਮੈਂ ਫਿਰ ਕਹਿ ਰਹੀ ਹਾਂ, 5.5 ਰੁਪਏ ਦੇ ਰਹੇ ਨੇ ਪਰ ਠੱਗੀਆਂ ਮਾਰ ਕੇ ਦੇ ਰਹੇ ਨੇ। ਉਸ ਚੀਜ਼ ਦਾ ਰੇਟ ਅੱਜ ਤੱਕ ਦੱਸੋ ਕੈਬਨਿਟ 'ਚ ਕੋਈ ਪਾਲਿਸੀ ਅਪਰੂਵ ਹੋਈ? ਇਹਨਾਂ ਦੀ ਕੋਈ ਆਮ ਆਦਮੀ ਪਾਰਟੀ ਦੀ ਕੋਈ ਪਾਲਿਸੀ ਅਪਰੂਵ ਨਹੀਂ ਹੋਈ, ਕੋਈ ਇਹਨਾਂ ਨੇ ਮਾਨਯੋਗ ਹਾਈ ਕੋਰਟ ਤੋਂ ਕੋਈ ਪਰਮਿਸ਼ਨ ਨਹੀਂ ਲਈ। ਹੁਣ ਤੁਸੀਂ ਮੈਨੂੰ ਇਹ ਪੁੱਛੋ ਕਿ 153 ਕਰੋੜ ਆਇਆ ਕਿਸ ਤਰ੍ਹਾਂ? ਇੱਕ ਤਾਂ ਠੱਗੀਆਂ ਮਾਰ ਲਈਆਂ ਹੋਣਗੀਆਂ, ਕੁਛ ਇਹਨਾਂ ਨੇ ਜਿਹੜੀਆਂ ਨਵੀਂ ਪਾਲਿਸੀ ਕੱਢੀਆਂ ਸੀ ਲੱਖ ਰੁਪਏ ਦੀ ਰਜਿਸਟ੍ਰੇਸ਼ਨਾਂ ਇਕੱਠੀਆਂ ਕੀਤੀਆਂ ਹੋਣਗੀਆਂ। ਔਰ ਤੁਹਾਨੂੰ ਪਤਾ ਹੋਏਗਾ ਕਾਂਗਰਸ ਦੇ ਟਾਈਮ ਤੇ ਮਿੱਟੀ ਦੇ ਉੱਤੇ ਕਦੀ ਰਾਇਲਟੀ ਚਾਰਜ ਨਹੀਂ ਕੀਤੀ ਕਾਂਗਰਸ ਪਾਰਟੀ ਨੇ। ਇਹਨਾਂ ਨੇ ਮਿੱਟੀ ਦੇ ਵਪਾਰੀਆਂ ਨੂੰ ਵੀ ਨਹੀਂ ਛੱਡਿਆ, 2 ਰੁਪਏ ਪ੍ਰਤੀ ਰਾਇਲਟੀ ਮਿੱਟੀ ਦੇ ਵਪਾਰੀਆਂ ਤੋਂ ਚਾਰਜ ਕੀਤੀ। ਅੱਜ ਪੰਜਾਬ 'ਚ ਜਿੰਨਾ ਵੀ ਮਿੱਟੀ ਦਾ ਕੰਮ ਹੋਇਆ, ਜਿੰਨੇ ਹਾਈਵੇ, ਰੇਲਵੇ, ਜਿੱਥੇ ਵੀ ਬਿਲਡਿੰਗ ਦਾ ਕੰਮ ਹੋਇਆ ਮਿੱਟੀ ਨੂੰ ਲੈ ਕੇ, ਦੱਸੋ ਇੱਕ ਲੀਗਲ ਸੋਰਸ ਮੈਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਮਾਈਨਿੰਗ ਪਲਾਨ ਦੱਸ ਦੇ ਕਿ ਕੋਈ ਮਿੱਟੀ ਦਾ ਮਾਈਨਿੰਗ ਪਲਾਨ ਹੈਗਾ ਇਹਨਾਂ ਕੋਲ? ਇੱਕ ਵੀ ਮਾਈਨਿੰਗ ਪਲਾਨ ਨਹੀਂ ਹੈਗਾ। ਔਰ ਦੂਸਰੀ ਗੱਲ, ਕਿੱਥੋਂ ਇਹ ਪੈਸਾ ਇਕੱਠਾ ਹੋਇਆ? ਇੰਟਰ ਸਟੇਟ ਤੋਂ ਆਉਣ ਵਾਲੇ ਸਟਾਕ ਦੇ ਉੱਤੋਂ, ਹਿਮਾਚਲ, ਜੰਮੂ ਔਰ ਹਰਿਆਣਾ। ਤੁਹਾਨੂੰ ਪਤਾ ਹੋਏਗਾ ਜਦੋਂ ਇਹਨਾਂ ਦੀ ਆਪਣੀ ਮਾਈਨਿੰਗ ਤਾਂ ਚੱਲੀ ਨਹੀਂ, ਹਾਰ ਕੇ ਜਦੋਂ ਬਹਿ ਗਏ ਕੰਟਰੈਕਟਰਾਂ ਕੋਲੋਂ, ਕੰਟਰੈਕਟਰਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਗੋਡੇ ਲਵਾ ਦਿੱਤੇ, ਕੰਮ ਚੱਲਿਆ ਨਹੀਂ।
ਝੂਠੇ ਦਾਅਵੇ ਕਰ ਕਰਕੇ ਹਰਜੋਤ ਸਿੰਘ ਬੈਂਸ ਨੂੰ ਉਹਨਾਂ ਦੇ ਮੰਤਰੀ ਪਦ ਤੋਂ ਵੀ ਉਤਾਰਤਾ ਕਿ ਜਾ ਭਾਈ ਤੇਰਾ ਕੋਈ ਕੰਮ ਹੈ ਨਹੀਂ, ਤੇਰੇ ਕੋਲ ਕੰਮ ਨਹੀਂ ਹੋਇਆ। ਉਸ ਤੋਂ ਬਾਅਦ ਇਹਨਾਂ ਨੂੰ ਕ੍ਰਿਸ਼ਨ ਕੁਮਾਰ ਜੀ ਜਿਹੜੇ ਸੈਕਟਰੀ ਸੀਗੇ, ਪ੍ਰਿੰਸੀਪਲ ਸੈਕਟਰੀ, ਉਹਨਾਂ ਨੂੰ ਵੀ ਇਹਨਾਂ ਨੇ ਚੇਂਜ ਕਰ ਦਿੱਤਾ। ਹੁਣ ਨਵੇਂ ਲਿਆਂਦੇ ਨੇ ਇਹਨਾਂ ਨੇ। ਹੁਣ ਇਹਨਾਂ ਨੇ ਇੰਟਰ ਸਟੇਟ ਤੋਂ ਆਏ ਸਟਾਕ ਦੇ ਉੱਤੇ ਰਾਇਲਟੀ ਚਾਰਜ ਕੀਤੀ 7 ਰੁਪਇਆ ਪ੍ਰਤੀ ਕਿਊਬਿਕ ਫਿਟ। ਉਸ ਤੇ ਵੀ ਪਟੀਸ਼ਨ ਲੱਗ ਗਈ। ਫਿਰ ਜਦੋਂ ਪਟੀਸ਼ਨ ਲੱਗ ਗਈ 7 ਰੁਪਏ ਪ੍ਰਤੀ ਕਿਊਬਿਕ ਫਿਟ ਤੇ, ਉਸ ਤੋਂ ਬਾਅਦ ਮਾਨਯੋਗ ਹਾਈ ਕੋਰਟ ਨੇ ਉੱਥੇ ਵੀ ਸਟੇ ਦੇ ਦਿੱਤਾ ਨੂੰ ਕਿ ਤੁਸੀਂ ਕੌਣ ਹੁੰਦੇ ਹੋ ਕਿ ਬਾਹਰ ਦੀਆਂ ਸਟੇਟਾਂ ਤੋਂ ਆਏ ਦੇ ਸਟਾਕ ਦੇ ਉੱਤੇ ਤੁਸੀਂ ਰਾਇਲਟੀ ਚਾਰਜ ਕਰੋ? ਤੁਹਾਨੂੰ ਤੇ ਪੰਜਾਬ ਸਰਕਾਰ ਨੂੰ ਹੱਕ ਹੀ ਕੋਈ ਨਹੀਂ ਹੈਗਾ। ਤੁਹਾਡੀ ਅਸੈਸਮੈਂਟ ਕੀ ਕਹਿੰਦੀ ਹੈ ਕਿ ਜਿਹੜੇ ਫੇਰ ਬਦਲ ਕੀਤੇ ਗਏ ਕੈਬਨਿਟ ਵਿੱਚ ਜਾਂ ਸਕੱਤਰ ਦੇ ਇਸੇ ਕਰਕੇ ਹੋਏ ਜਾਂ ਹੋਰ ਕਾਰਨ ਸੀ? ਇਸੇ ਕਰਕੇ, ਕਿਉਂਕਿ ਇਹਨਾਂ ਕੋਲ ਸਾਂਭੀ ਨਹੀਂ ਗਈ, ਇਹਨਾਂ ਕੋਲ ਕੰਮ ਹੀ ਨਹੀਂ ਹੋਇਆ। ਇਹਨਾਂ ਨੂੰ ਪ੍ਰਾਈਵੇਟ ਕੰਟਰੈਕਟਰਸ ਨੂੰ ਇਹਨਾਂ ਨੇ ਇਹ ਸੋਚਿਆ ਕਿ ਇਹ ਤਾਂ ਕਾਂਗਰਸੀ ਨੇ, ਜਦ ਕਿ ਇਹਨਾਂ ਨੂੰ ਪ੍ਰੋਪਰ ਢੰਗ ਦੇ ਨਾਲ ਉਹਨਾਂ ਨਾਲ ਬੈਠ ਕੇ ਚੰਗੀ ਪਾਲਿਸੀ ਬਣਾ ਕੇ ਕੰਮ ਕਰਵਾਉਣਾ ਚਾਹੀਦਾ ਸੀ। ਜਿਓਲੋਜਿਸਟ ਦੇ ਤੁਹਾਡੇ ਕੋਲ ਨਹੀਂ ਹੈ ਤੇ ਪ੍ਰਾਈਵੇਟ ਕੰਟਰੈਕਟਰ ਤੇ ਹਾਇਰ ਕਰ ਲੈਂਦੇ, ਉਹ ਤਾਂ ਅੱਛੀਆਂ ਸੈਲਰੀਆਂ ਵੀ ਦੇ ਦਿੰਦੇ ਨੇ ਜਿੱਦਾਂ ਅਸੀਂ ਬਣਾਏ ਸੀਗੇ। ਲੀਗਲ ਓਪੀਨੀਅਨ ਵੀ ਅਸੀਂ ਲਈ, ਇਹਨਾਂ ਨੇ ਲੀਗਲ ਓਪੀਨੀਅਨ ਇਨਕਾਰ ਕਰ ਦਿੱਤੀ। ਹੁਣ ਮੈਂ ਉਹੀ ਦੱਸ ਰਹੀ ਹਾਂ, ਇੱਕ ਮਿੰਟ, ਰਾਇਲਟੀ ਨੂੰ ਇਹਨਾਂ ਨੇ ਲਿਆ ਬਾਕੀ ਇੰਟਰਸਟੇਟ ਤੋਂ 7 ਰੁਪਏ ਇੱਕ ਵਾਰੀ ਲਿਆ, ਫਿਰ 3.5, ਫਿਰ 6.5, ਫਿਰ ਹੁਣ ਫਿਰ ਤੋਂ 3.5 ਲੈ ਰਹੇ ਨੇ। ਤੁਸੀਂ ਦੇਖੋ ਜਿੰਨਾ ਵੀ ਹਿਮਾਚਲ, ਹਰਿਆਣਾ ਔਰ ਜੰਮੂ ਤੋਂ ਸਟਾਕ ਆ ਰਿਹਾ ਉਹਦੇ ਤੇ ਰਾਇਲਟੀ ਚਾਰਜ ਕੀਤੀ ਜਾ ਰਹੀ। ਕਿਉਂ ਕੀਤੀ ਜਾ ਰਹੀ? ਹਾਊ ਦੇ ਕੈਨ ਚਾਰਜ ਰਾਇਲਟੀ to the stock which is coming from the other state? First of all, ਇਹਨਾਂ ਨੇ ਕਿਹਾ ਸੀਗਾ ਅਸੀਂ ਤੁਹਾਡਾ GST ਬਿੱਲ ਕਨਫਰਮ ਕਰਾਂਗੇ ਜੀ, ਜਿੰਨਾ ਵੀ ਤੁਸੀਂ ਗੱਡੀ ਲੈ ਕੇ ਆਏ ਜੰਮੂ ਤੋਂ, ਅਸੀਂ ਤੁਹਾਡਾ ਬਿੱਲ ਕਨਫਰਮ ਕਰਾਂਗੇ GST ਦਾ। GST ਇਜ਼ ਵਨ ਨੇਸ਼ਨ ਵਨ ਟੈਕਸ, ਉਹਦੇ ਤੇ ਤਾਂ ਦੂਸਰਾ ਟੈਕਸ ਦੇਣ ਦੀ ਲੋੜ ਨਹੀਂ। ਇਹਨਾਂ ਨੇ ਕੀ ਕੀਤਾ ਕਿ ਉਹ ਕਹਿੰਦੇ ਤੁਸੀਂ ਸਾਨੂੰ ਬਿੱਲ ਦੇ ਦਿਓ, ਅਸੀਂ ਬਿੱਲ ਕਨਫਰਮ ਕਰਾਂਗੇ, ਜੇ ਤਾਂ ਤੁਹਾਡਾ ਬਿੱਲ ਠੀਕ ਨਿਕਲਿਆ ਅਸੀਂ ਤੁਹਾਡੇ ਪੈਸੇ ਵਾਪਸ ਕਰ ਦਾਂਗੇ। ਹੁਣ ਮੈਨੂੰ ਸਰਕਾਰ ਇਹ ਦੱਸੇ, ਆਮ ਆਦਮੀ ਪਾਰਟੀ ਦੀ ਸਰਕਾਰ ਔਰ ਮੀਤ ਹੇਰ ਜੀ ਦੱਸਣ, ਜਿਹੜੇ ਹੁਣ ਨਵੇਂ ਬਣੇ ਨੇ, ਤੁਸੀਂ ਦੱਸੋ ਕਿੰਨੇ ਇੰਟਰਸਟੇਟ ਆਏ ਦੇ ਸਟਾਕ ਦੇ ਉੱਤੇ ਤੁਸੀਂ ਕਿੰਨਿਆਂ ਦੇ ਪੈਸੇ ਵਾਪਸ ਕੀਤੇ ਨੇ? GST ਬਿੱਲ ਤੁਸੀਂ ਲਿਆ ਔਰ ਕਿੰਨਿਆਂ ਤੇ ਤੁਸੀਂ ਪਰਚੇ ਦਰਜ ਕੀਤੇ ਨੇ ਜਿਹੜੇ ਓਵਰਲੋਡਡ ਆਏ ਨੇ ਬਾਹਰ ਦੇ ਸਟੇਟਾਂ ਤੋਂ? ਔਰ ਤੁਸੀਂ ਕਿੰਨਿਆਂ ਦੀਆਂ ਗੱਡੀਆਂ ਸੀਜ਼ ਕੀਤੀਆਂ ਜਿਹੜੇ ਬਾਹਰ ਦੇ ਸਟੇਟਾਂ ਤੋਂ? ਦੈਟ ਮੀਨਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੋਈ ਇਹਨਾਂ ਤੇ ਪਰਚੇ ਦਰਜ ਨਹੀਂ ਕੀਤੇ, ਕੋਈ ਇਹਨਾਂ ਨੇ ਉਹਨਾਂ ਦੇ ਫਾਰਮ ਚੈੱਕ ਕਰਕੇ ਉਹਨਾਂ ਨੂੰ ਪੈਸੇ ਵਾਪਸ ਨਹੀਂ ਕੀਤੇ। ਇਹ ਦੂਜੀਆਂ ਸਟੇਟਾਂ ਤੋਂ ਆਇਆ ਦਾ ਰਾਇਲਟੀ ਜਿਹੜੀ ਹੈਗੀ ਇਹਨਾਂ ਨੇ ਪੰਜਾਬ ਦੇ ਖਜ਼ਾਨੇ 'ਚ ਪਾਈ ਹੈ। ਆਈ ਚੈਲੰਜ ਟੂ ਦਾ ਆਮ ਆਦਮੀ ਪਾਰਟੀ, ਕੋਈ ਮੈਨੂੰ ਆ ਕੇ ਕਹਿ ਦੇ ਇੰਨੀ ਗੱਲ ਕਿ ਇਹ ਰਾਇਲਟੀ ਜਿੰਨੀ ਵੀ ਇਹਨਾਂ ਨੇ ਰੈਵਨਿਊ ਇਕੱਠਾ ਕੀਤਾ ਇਹ ਅਦਰ ਸਟੇਟ ਤੋਂ ਨਹੀਂ ਇਕੱਠਾ ਕੀਤਾ, ਔਰ ਜੇ ਕੀਤਾ ਤੇ ਮੈਨੂੰ ਸਾਹਮਣੇ ਬਿੱਲ ਲਿਆ ਕੇ ਦੱਸਣ, ਮੈਨੂੰ ਸਾਹਮਣੇ ਉਹ ਇਹਨਾਂ ਦੇ ਪੈਸੇ ਟ੍ਰਾਂਸਫਰ ਕੀਤੇ ਦੀਆਂ ਟ੍ਰਾਂਜੈਕਸ਼ਨਸ ਦੱਸਣ, ਫਿਰ ਅਸੀਂ ਮੰਨਾਂਗੇ ਕਿ ਪੰਜਾਬ ਦੇ ਖਜ਼ਾਨੇ ਨੂੰ ਤੁਸੀਂ ਲੁੱਟ ਕੇ ਤੇ ਤੁਸੀਂ ਦੂਸਰੇ ਸਟੇਟਾਂ ਨੂੰ ਲੁੱਟ ਕੇ ਤੁਸੀਂ ਆਪਣੇ ਪੰਜਾਬ ਦੇ ਸੂਬੇ 'ਚ ਨਹੀਂ ਪਾਇਆ, ਖਜ਼ਾਨੇ 'ਚ ਨਹੀਂ ਪਾਇਆ। ਹੁਣ ਇਹਨਾਂ ਦੀ ਕਾਬਲੀਅਤ ਹੀ ਨਹੀਂ ਹੈ ਕੰਮ ਕਰਨ ਦੀ, ਕਿਉਂਕਿ ਕੰਮ ਕਰਨ ਦੀ ਨੀਅਤ ਹੋਣੀ ਚਾਹੀਦੀ ਹੈ। ਦੇਖ ਰਹੇ ਨੇ ਠੱਗੀਆਂ ਕਿੱਦਾਂ ਵੱਧ ਸਕਦੀਆਂ, ਇਹ ਠੱਗੀਆਂ ਮਾਰਨ ਆਏ ਨੇ। ਸਭ ਤੋਂ ਵੱਡੀ ਕਮੀਆਂ ਇਸ ਪਾਲਿਸੀ ਦੇ ਵਿੱਚ ਜਾਂ ਇਹਨਾਂ ਦੇ ਕੰਮ ਕਰਨ ਦੇ ਢੰਗ ਤਰੀਕੇ ਦੇ ਵਿੱਚ, ਉਸ ਢੰਗ ਦੇ ਨਾਲ ਆਪੋਜੀਸ਼ਨ ਦੇ ਵੱਲੋਂ ਵਿਧਾਨ ਸਭਾ 'ਚ ਆਵਾਜ਼ ਕਿਉਂ ਨਹੀਂ ਰੱਖੀ ਗਈ ਜਦੋਂ ਅੰਕੜੇ ਪੇਸ਼ ਕਰ ਰਹੇ ਸੀ? ਬਿਲਕੁਲ ਉਹਨਾਂ ਨੇ ਕੀਤੇ ਉਸ ਟਾਈਮ ਤੇ। ਤੁਸੀਂ ਦੇਖਿਆ ਇਹ ਮਾਹੌਲ ਕੀ ਬਣਿਆ ਰਿਹਾ, ਉਹਨਾਂ ਨੇ ਕਿਸੇ ਨੂੰ ਗੱਲ ਕਰਨ ਦਿੱਤੀ ਨਹੀਂ। ਇੰਨਾ ਮਿਸਬਿਹੇਵ ਤਰੀਕੇ ਦੇ ਨਾਲ ਉਹਨਾਂ ਨੇ ਓਪੋਜੀਸ਼ਨ ਵਾਲਿਆਂ ਨੇ ਗੱਲ ਕੀਤੀ ਹੈ ਕਿ ਮੈਂ ਸਾਰਿਆਂ ਨੂੰ ਟੰਗਾਂਗਾ, ਮੈਂ ਦੇਖਾਂਗਾ। ਤੁਸੀਂ ਦੱਸੋ, ਜਦੋਂ ਉਹਨਾਂ ਨੇ ਖਹਿਰਾ ਸਾਹਿਬ ਨੇ ਜਦੋਂ ਕੁਐਸਚਨ ਕੀਤਾ ਸੀ, ਕਹਿੰਦੇ ਮੈਂ ਨਹੀਂ ਇਹਦਾ ਜਵਾਬ ਦਿੰਦਾ। ਕਿਉਂ? ਤੁਸੀਂ ਜਵਾਬਦੇਹੀ ਹੋ ਉਹਨਾਂ ਦੇ, ਉਹ ਨੁਮਾਇੰਦੇ ਨੇ ਲੋਕਾਂ ਦੇ ਚੁਣੇ ਹੋਏ। ਜਦ ਇੱਦਾਂ ਦੇ ਗੱਲਾਂ ਕਰਨਗੇ ਤੇ ਗੱਲ ਕਿੱਥੋਂ ਨਿਕਲ ਕੇ ਬਾਹਰ ਆਏਗੀ? ਸਾਡੇ ਅੱਗੇ ਪੇਸ਼ ਕੌਣ ਕਰੇਗਾ ਇਹਨਾਂ ਦੇ ਅੱਗੇ ਗੱਲ? ਜਵਾਬ ਤੇ ਦੇਣਗੇ ਨਹੀਂ। ਇਹ ਤੁਸੀਂ ਮੈਂ ਅੱਜ ਤੁਹਾਨੂੰ ਕਹਿ ਰਹੀ ਹਾਂ, ਇਹ ਮੇਰੀ ਗੱਲ ਦਾ ਇੱਕ ਦਾ ਵੀ ਜਵਾਬ ਦੇ ਦੇਣ ਤੇ ਤੁਸੀਂ ਜੋ ਕਹੋਗੇ ਮੈਂ ਮਾਫੀ ਮੰਗਾਂਗੀ ਇਹਨਾਂ ਦੇ ਅੱਗੇ ਕਿ ਹਾਂ ਮੈਂ ਗਲਤੀ ਕੀਤੀ। ਇੱਕ ਤੁਸੀਂ ਜਦੋਂ ਤੋਂ ਲੈ ਕੇ ਸ਼ੁਰੂ ਤੋਂ ਇਹ ਆਵਾਜ਼ ਚੁੱਕੀ ਹੋਈ ਹੈ, ਤੁਹਾਡੇ ਤੇ ਵੀ ਪਰਚੇ ਪੈ ਗਏ ਸੀ, ਇਹ ਵੀ ਸੁਣਨ 'ਚ ਆਇਆ ਸੀ। ਉਸ ਤੋਂ ਬਾਅਦ ਤੁਹਾਨੂੰ ਵੀ ਕਈ ਖੱਜਲ ਖਵਾਰੀਆਂ ਹੋਈਆਂ ਜ਼ਮੀਨੀ ਪੱਧਰ ਤੇ। ਤੁਹਾਨੂੰ ਕੀ ਸਹਿਣਾ ਪਿਆ ਜਦੋਂ ਇਹ ਗੱਲ ਕਰਦੇ ਹੋ ਮਾਈਨਿੰਗ ਦੀ, ਗੈਰ ਕਾਨੂੰਨੀ ਮਾਈਨਿੰਗ ਦੀ? ਦੇਖੋ, ਇੱਕ ਨਵਾਂ ਐਕਸਪੀਰੀਅੰਸ ਮਿਲਿਆ ਕਿ ਜਦੋਂ FIRs ਦਰਜ ਹੁੰਦੀਆਂ ਤੇ ਕੀ ਚੀਜ਼ਾਂ ਦਾ ਫੇਸ ਕਰਨਾ ਪੈਂਦਾ। ਬਿਕਾਜ਼ ਐਜ਼ ਅ ਵੂਮਨ ਮੇਰੇ ਖਿਆਲ ਦੇ ਵਿੱਚ ਬਹੁਤ ਹੀ ਘਟੀਆ ਹਰਕਤ ਕੀਤੀ ਇਸ ਸਰਕਾਰ ਨੇ ਕਿ ਜੋ ਵਿਸਲ ਬਲੋਅਰ ਨੇ ਕਿਸੇ ਗਲਤ ਚੀਜ਼ਾਂ ਦੇ ਉੱਤੇ ਬਣਦੇ ਨੇ ਜਾਂ ਕੋਈ ਆਵਾਜ਼ ਅਸੀਂ ਚੁੱਕਦੇ ਹਾਂ ਤੇ ਉਹਨਾਂ ਨੂੰ ਦਬਾਉਣ ਦੀ, ਸਪਰੈਸ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਬਟ ਮੈਂ ਦਬੀ ਨਹੀਂ, ਮੈਂ ਅੱਜ ਤੱਕ ਵੀ, ਹੁਣ ਤੱਕ ਵੀ ਆਵਾਜ਼ ਚੁੱਕ ਰਹੀ ਹਾਂ। ਔਰ ਇੱਕ ਹੋਰ ਬਹੁਤ ਵੱਡਾ ਮੈਂ ਸਕੈਮ ਅੱਗੇ ਲੈ ਕੇ ਆਈ ਸੀਗੀ, ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਦੋਂ ਅਕਤੂਬਰ ਤੋਂ ਦਸੰਬਰ ਤੱਕ ਦੀ ਮਾਈਨਿੰਗ ਕੀਤੀ ਸੀ, ਪਠਾਨਕੋਟ ਦੇ ਵਿੱਚ ਇੱਕ ਐਕਸੀਅਨ ਸੀਗੇ ਦਵਿੰਦਰ ਸਿੰਘ, ਜਿਨ੍ਹਾਂ ਦੇ ਪ੍ਰਾਈਵੇਟ ਖਾਤਿਆਂ ਦੇ ਵਿੱਚ ਮਾਈਨਿੰਗ ਦਾ ਪੈਸਾ ਪਿਆ ਹੋਇਆ ਸੀਗਾ ਔਰ ਤਕਰੀਬਨ 33 ਕਰੋੜ ਰੁਪਏ ਦੀ ਟ੍ਰਾਂਜੈਕਸ਼ਨ ਸੀਗੀ ਉਹਦੇ ਵਿੱਚ। ਮੇਰੇ ਕੋਲ ਤੁਸੀਂ ਅਗਰ ਡਿਟੇਲ ਮੰਗੋਗੇ ਮੈਂ ਉਹ ਵੀ ਦੇ ਦਾਂਗੀ ਤੁਹਾਨੂੰ। ਬੈਂਕ ਦੇ ਵਿੱਚ ਪਿਆ ਹੋਇਆ ਪੈਸਾ 3 ਮਹੀਨੇ, ਰੂਲ ਇਹ ਕਹਿੰਦਾ ਹੈ ਕਿ ਅਗਰ ਕਿਸੇ ਡਿਪਾਰਟਮੈਂਟ ਦਾ ਪੈਸਾ ਆ ਰਿਹਾ ਵਿਦਿਨ 10 to 15 ਡੇਜ਼ ਦੇ ਅੰਦਰ ਉਹ ਐਕਸਚੈਕਰ 'ਚ ਚਲਾ ਜਾਣਾ ਚਾਹੀਦਾ। ਉਹ ਕਿਉਂ ਨਹੀਂ ਗਿਆ ਐਕਸਚੈਕਰ 'ਚ? 3 ਮਹੀਨੇ ਕੌਣ ਵਿਆਜ ਖਾਂਦਾ ਰਿਹਾ ਉਹਨਾਂ ਪੈਸਿਆਂ ਦਾ?
ਕਿਆ ਬੈਂਕਾਂ ਨੂੰ ਮੁਨਾਫਾ ਦਿੱਤਾ ਜਾ ਰਿਹਾ ਸੀ? 33 ਕਰੋੜ ਅਮਾਉਂਟ ਹੁੰਦੀ ਹੈ ਤੇ ਕਿਆ ਇਹ ਜਿਹੜਾ 153 ਕਰੋੜ ਦੱਸਿਆ, ਇਹ ਤੇ ਜਿਵੇਂ ਪਠਾਨਕੋਟ ਦੀ ਡਿਟੇਲ ਕੱਢੀ ਹੈ, ਪਤਾ ਨਹੀਂ ਪੰਜਾਬ 'ਚ ਕਿੰਨੇ ਪ੍ਰਾਈਵੇਟ ਬੈਂਕਾਂ ਦੇ ਵਿੱਚ ਇਹਨਾਂ ਨੇ ਪੈਸਾ ਰੱਖਿਆ ਹੋਏਗਾ। ਲੱਗਦਾ ਐਕਸ਼ਨ ਲੈਵਲ ਦੇ ਅਧਿਕਾਰੀ ਐਡੀ ਵੱਡੀ ਰਕਮ ਆਪਣੇ ਖਾਤਿਆਂ 'ਚ ਰੱਖੀ ਬੈਠੇ ਆ, ਕਿਸੇ ਦੀ ਸ਼ੈ ਸੀ, ਕਿਸ ਦੀ ਸ਼ੈ ਸੀ? ਬਿਲਕੁਲ ਸ਼ਾਇਦ ਹੀ ਇਹ ਇੱਕ ਇਹਨਾਂ ਡਿਪਾਰਟਮੈਂਟ ਦੀ ਸ਼ਾਇ ਹੈ, ਇਹ ਸਰਕਾਰ ਦੀ ਸ਼ਾਇ ਹੈ। ਇਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਠੱਗੀਆਂ ਮਾਰ ਕੇ ਪੈਸਾ ਐਕਸਚੈਕਰ 'ਚ ਪਾਈਏ ਕਿੱਥੇ। ਹੁਣ ਹਰ ਪੈਸੇ ਦਾ ਹਿਸਾਬ ਹੁੰਦਾ ਹੈ। ਹੁਣ ਅਫਸਰਾਂ ਨੇ ਜਦੋਂ ਪੈਸਾ ਵਿੱਚ ਪਾਣਾ ਉਹਦਾ ਹਿਸਾਬ ਵੀ ਤੇ ਦੇਣਾ। ਹੁਣ ਜਦੋਂ ਠੱਗੀਆਂ ਮਾਰ ਕੇ ਇੰਨਾ ਪੈਸਾ ਇਕੱਠਾ ਕਰ ਲਿਆ ਹੋਏ ਤੇ ਹੁਣ ਸਮਝ ਨਹੀਂ ਆ ਰਿਹਾ ਹੁਣ ਰੱਖੀਏ ਕਿੱਥੇ ਇਹਨੂੰ। ਫਿਰ ਜਦੋਂ ਮੈਂ ਕੰਪਲੇਂਟ ਕੀਤੀ, ਅਖਬਾਰ 'ਚ ਖਬਰ ਵੀ ਲਗਾਈ, ਡੀਸੀ ਸਾਹਿਬ ਨੂੰ ਕੰਪਲੇਂਟ ਕੀਤੀ ਕਿ ਇਹ ਪੈਸੇ ਪ੍ਰਾਈਵੇਟ ਐਕਸੀਅਨ ਕੌਣ ਹੁੰਦੇ ਨੇ, ਸਰਕਾਰ ਦਾ ਪੈਸਾ, ਲੋਕਾਂ ਦਾ ਪੈਸਾ ਆਪਣੇ ਖਾਤਿਆਂ 'ਚ ਰੱਖ ਕੇ ਤੇ ਉਹਦਾ ਵਿਆਜ ਖਾਂਦੇ ਹੋਏ। ਤੇ ਉਹ ਕਹਿ ਰਹੇ ਸੀਗੇ ਕਿ ਇਹਨਾਂ ਦੀ ਆਲਰੇਡੀ ਬਹੁਤ ਕੰਪਲੇਂਟਸ ਆ ਚੁੱਕੀਆਂ ਨੇ, ਅਸੀਂ ਇੱਥੇ ਕਾਰਵਾਈ ਕਰਾਂਗੇ। ਔਰ ਥੋੜੇ ਦਿਨਾਂ ਬਾਅਦ ਹੀ ਉਸ ਖਾਤੇ ਦੇ ਵਿੱਚੋਂ 22 ਕਰੋੜ ਦੀ ਟ੍ਰਾਂਜੈਕਸ਼ਨ ਹੋ ਗਈ। ਫਿਰ ਉਹ ਐਕਸਚੈਕਰ 'ਚ ਚਲਾ ਗਿਆ। ਫਿਰ ਹਜੇ ਵੀ ਥੋੜਾ ਪੈਸਾ ਉਹ 'ਚ ਪਿਆ। ਔਰ ਜਸਟ ਥਿੰਕ ਅਬਾਊਟ ਇਟ। ਮੀਤ ਹੇਅਰ ਜੀ ਨੂੰ ਮੈਂ ਪੁੱਛਣਾ ਚਾਹੁੰਦੀ ਹਾਂ, ਸਪੈਸ਼ਲੀ ਪਰਸਨਲੀ, ਜਿਹੜਾ ਪੈਸਾ ਤੁਸੀਂ ਪ੍ਰਾਈਵੇਟ ਖਾਤਿਆਂ 'ਚ ਪਾਇਆ, ਇਹ 153 ਕਰੋੜ ਵਿੱਚ ਪਾਇਆ, ਉਹਨਾਂ ਵਿੱਚ ਪਾਇਆ, ਬਾਕੀ ਪੂਰੇ ਪੰਜਾਬ ਦੇ ਵਿੱਚੋਂ, ਜਾਂ ਉਹਨਾਂ ਨੂੰ ਕੱਢ ਕੇ ਦੱਸਿਆ ਹਜੇ, ਜਾਂ ਤੁਹਾਨੂੰ ਪਤਾ ਹੀ ਨਹੀਂ ਹੈ ਕਿ ਉਹ ਪੈਸਾ ਕਿੱਧਰ ਜਾਏਗਾ? ਤੁਸੀਂ ਆ ਜਾਓ, ਮੈਂ ਤੁਹਾਨੂੰ ਬੈਂਕ ਦੀ ਡਿਟੇਲ ਮੀਤ ਹੇਅਰ ਜੀ ਤੁਹਾਨੂੰ ਦੱਸਦੀ ਹਾਂ। ਪਠਾਨਕੋਟ ਦੇ ਵਿੱਚ 3 ਮਹੀਨੇ ਤੱਕ ਤੁਹਾਡਾ ਪੈਸਾ ਪਿਆ ਰਿਹਾ 33 ਕਰੋੜ। ਉਹ ਇਹ 153 'ਚ ਐਡ ਕਰਕੇ ਦੱਸਿਆ ਜਾਂ ਕੱਢ ਕੇ ਦੱਸਿਆ? ਕਿਉਂਕਿ ਸਾਨੂੰ ਤਾਂ ਪਤਾ ਨਹੀਂ ਹੈ, ਕਿਉਂਕਿ ਐਕਸਚੈਕਰ 'ਚ ਤੇ ਉਹ ਆਇਆ ਨਹੀਂ। ਔਰ ਨਾ ਜਾਣੇ ਕਿੰਨੇ ਪੰਜਾਬ ਦੇ ਐਸੇ ਪ੍ਰਾਈਵੇਟ ਖਾਤਿਆਂ 'ਚ ਇੰਨਾ ਪੈਸਾ ਪਿਆ ਹੋਏਗਾ, ਜਿਹੜੀਆਂ ਠੱਗੀਆਂ ਮਾਰੀਆਂ ਹੋਈਆਂ, ਲੋਕਾਂ ਨੂੰ ਦੱਸਣਾ, ਜਸਟੀਫਿਕੇਸ਼ਨ ਦੇਣੀ ਹੈ। ਔਰ ਮੇਰਾ ਇੱਕੋ ਸਭ ਤੋਂ ਵੱਡਾ ਸਵਾਲ, DSR ਰਿਪੋਰਟਸ ਦੇ ਵਿੱਚ ਇੱਕ ਫਿਜ਼ੀਓਲੋਜਿਸਟ ਦੇ ਸਾਈਨ ਦੱਸ ਦੇਣ, ਔਰ ਵਿਚ ਇਜ਼ ਅ ਵਾਇਲੇਸ਼ਨ ਆਫ ਐਕਟ ਦਾ ਵਾਇਲੇਸ਼ਨ ਹੈ, MMDR ਐਕਟ ਦਾ ਵਾਇਲੇਸ਼ਨ ਹੈ। ਔਰ ਮੈਂ ਸੈਂਟਰ ਗਵਰਨਮੈਂਟ ਨੂੰ ਵੀ ਇਹ ਕਹਾਂਗੀ ਕਿ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। CR ਡਿਪਾਰਟਮੈਂਟ ਨੂੰ ਵੀ ਕਹਾਂਗੀ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਪੁੱਛਿਆ ਜਾਵੇ ਕਿ ਜ਼ਿਓਲੋਜਿਸਟ ਦੇ ਸਾਈਨ ਕਿਉਂ ਨਹੀਂ ਹੈ, ਇਹ ਮਾਈਨ ਪਲਾਨ ਬਿਨਾਂ ਜ਼ਿਓਲੋਜਿਸਟ ਤੋਂ ਕਿਸ ਤਰ੍ਹਾਂ ਬਣ ਗਿਆ। ਆਈ ਵਾਂਟਡ ਟੂ ਨੋ। ਜੀ ਬਹੁਤ ਸ਼ੁਕਰੀਆ ਜੀ। ਥੈਂਕ ਯੂ। ਤਾਂ ਗੈਰ ਕਾਨੂੰਨੀ ਮਾਈਨਿੰਗ ਔਰ ਜਿਹੜਾ 153 ਕਰੋੜ ਦੀ ਜਿਹੜੇ ਮੁਨਾਫਾ ਦਿਖਾਇਆ ਗਿਆ, ਸਰਕਾਰ ਦੇ ਖਾਤੇ 'ਚ ਦਿਖਾਇਆ ਗਿਆ ਕਿ ਕਿਵੇਂ ਅਸੀਂ ਹੌਲੀ ਹੌਲੀ ਕਰਕੇ 5 ਸਾਲਾਂ 'ਚ ਕਿੱਥੇ ਲੈ ਜਾਣਾ ਇਸ ਖੇਤਰ ਨੂੰ, ਉਸ ਨੂੰ ਪੋਲਾਂ ਖੋਲ੍ਹਦਾ ਇਹ ਇੰਟਰਵਿਊ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਕਾਂਗਰਸ ਦੇ ਬੁਲਾਰੇ ਟੀਨਾ ਚੌਧਰੀ ਨੇ ਗਰਾਊਂਡ ਦੀ ਰਿਐਲਿਟੀ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਇਸ ਦੇ ਵਿੱਚ ਜੇ ਦਮ ਨਹੀਂ ਹੈ, ਇਹਨਾਂ ਤੱਥਾਂ, ਇਹਨਾਂ ਗੱਲਾਂ 'ਚ ਦਮ ਨਹੀਂ ਹੈ, ਤੇ ਸਰਕਾਰ ਨੂੰ ਇਨਕੁਆਇਰੀ ਕਰਾਉਣੀ ਚਾਹੀਦੀ ਹੈ। ਔਰ ਜਿਹੜੇ ਗਲਤ ਇਲਜ਼ਾਮ ਲਾਉਂਦੇ ਨੇ ਫਿਰ ਉਹਨਾਂ ਦੇ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ। ਜੇ ਗੱਲਾਂ ਠੀਕ ਨੇ ਤਾਂ ਫਿਰ ਐਕਸ਼ਨ ਕਦੋਂ ਲਿਆ ਜਾਵੇਗਾ, ਸਭ ਤੋਂ ਵੱਡਾ ਸਵਾਲ ਇਹ ਹੈ। ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਜੇ ਸੱਚਮੁੱਚ ਸੱਚੀ ਔਰ ਸੱਚੀ ਨੀਅਤ ਦੇ ਨਾਲ ਚੱਲ ਰਹੀ ਹੈ ਤਾਂ ਫਿਰ ਐਕਸ਼ਨ ਲੈਣ ਦੀ ਤਿਆਰੀ ਵੀ ਛੇਤੀ ਵਿੜਨੀ ਚਾਹੀਦੀ ਹੈ, ਤਾਂ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਜਾ ਸਕੇ। ਕੌਣ ਟੇਢਾ ਚੱਲ ਰਿਹਾ ਤੇ ਕੌਣ ਸਿੱਧਾ ਚੱਲ ਰਿਹਾ। ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਧੂਕਾ, ABC ਪੰਜਾਬ, ਚੰਡੀਗੜ੍ਹ।